ਓਸ਼ੋ ਦਾ ਅਗਲਾ ਪ੍ਰਵਚਨ। ਕੱਲ ਰਾਤ ਦੀ ਚਰਚਾ ਦੇ ਸੰਬੰਧ ਵਿੱਚ ਕੁਝ ਸਵਾਲ ਪੁੱਛੇ ਗਏ ਹਨ। ਇੱਕ ਮਿੱਤਰ ਨੇ ਪੁੱਛਿਆ ਹੈ, ਹੋਸ਼ ਨਾਲ ਮਰਿਆ ਤਾਂ ਜਾ ਸਕਦਾ ਹੈ, ਪਰ ਹੋਸ਼ ਨਾਲ ਜਨਮਿਆ ਕਿਵੇਂ ਜਾ ਸਕਦਾ ਹੈ? ਅਸਲ ਵਿੱਚ ਮੌਤ ਤੇ ਜਨਮ ਦੋ ਘਟਨਾਵਾਂ ਨਹੀਂ ਹਨ। ਇੱਕ ਹੀ ਘਟਨਾ ਦੇ ਦੋ ਸਿਰੇ ਹਨ। ਇਸ ਲਈ ਇੱਕ ਹੀ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ। ਜੇਕਰ ਸਿੱਕੇ ਦਾ ਇੱਕ ਪਹਿਲੂ ਹੱਥ 'ਚ ਆ ਜਾਏ ਤਾਂ ਦੂਸਰਾ ਪਹਿਲੂ ਆਪਣੇ ਆਪ ਹੱਥ 'ਚ ਆ ਜਾਏਗਾ। ਅਜਿਹਾ ਨਹੀਂ ਹੁੰਦਾ ਕਿ ਸਿੱਕੇ ਦਾ ਇੱਕ ਪਹਿਲੂ ਮੇਰੇ ਹੱਥ 'ਚ ਹੋਵੇ ਤਾਂ ਦੂਸਰੇ ਨੂੰ ਕਿਵੇਂ ਹੱਥ 'ਚ ਲੈ ਲਵਾਂ। ਉਹ ਦੂਸਰਾ ਆਪਣੇ ਆਪ ਹੱਥ 'ਚ ਆ ਜਾਂਦਾ ਹੈ। ਮੌਤ ਤੇ ਜਨਮ ਇੱਕ ਹੀ ਘਟਨਾ ਦੇ ਦੋ ਸਿਰੇ ਹਨ। ਮੌਤ ਜੇਕਰ ਹੋਸ਼ਪੂਰਨ ਹੋ ਜਾਏ ਤਾਂ ਜਨਮ ਲਾਜ਼ਮੀ ਰੂਪ ਨਾਲ ਹੋਸ਼ਪੂਰਨ ਹੋ ਜਾਂਦਾ ਹੈ। ਮੌਤ ਜੇਕਰ ਬੇਹੋਸ਼ ਹੋਵੇ ਤਾਂ ਜਨਮ ਵੀ ਬੇਹੋਸ਼ ਹੁੰਦਾ ਹੈ। ਜੇਕਰ ਕੋਈ ਮਰਦੇ ਛਿਨ 'ਚ ਹੋਸ਼ ਨਾਲ ਭਰਿਆ ਰਹੇ ਤਾਂ ਆਪਣੇ ਜਨਮ ਦੇ ਛਿਨ ਵੀ ਪੂਰੇ ਹੋਸ਼ ਨਾਲ ਭਰਿਆ ਰਹਿੰਦਾ ਹੈ। ਮਰਦੇ ਛਿਨ ਬੇਹੋਸ਼ ਹੋਵੇ ਤਾਂ ਨਵੇਂ ਜਨਮ ਦੇ ਛਿਨ ਵੀ ਬੇਹੋਸ਼ ਹੁੰਦਾ ਹੈ। ਅਸੀਂ ਸਾਰੇ ਬੇਹੋਸ਼ ਹੀ ਮਰਦੇ ਹਾਂ, ਬੇਹੋਸ਼ ਹੀ ਜਨਮਦੇ ਹਾਂ। ਇਸ ਲਈ ਸਾਨੂੰ ਪਿਛਲੇ ਜਨਮਾਂ ਦਾ ਕੋਈ ਚੇਤਾ ਨਹੀਂ ਰਹਿ ਜਾਂਦਾ। ਪਰ ਪਿਛਲੇ ਜਨਮਾਂ ਦੀ ਪੂਰੀ ਯਾਦ ਸਾਡੇ ਮਨ ਦੀ ਕਿਸੇ ਨੁੱਕਰ 'ਚ ਹਮੇਸ਼ਾ ਮੌਜੂਦ ਰਹਿੰਦੀ ਹੈ। ਜੇਕਰ ਅਸੀਂ ਚਾਹੀਏ ਤਾਂ ਇਸ ਯਾਦ ਨੂੰ ਜਗਾਇਆ ਜਾ ਸਕਦਾ ਹੈ। ਦੂਜੀ ਗੱਲ, ਜਨਮ ਦੇ ਸੰਬੰਧ 'ਚ ਸਿੱਧਾ ਕੁਝ ਵੀ ਨਹੀਂ ਕਿਹਾ ਜਾ ਸਕਦਾ। ਜੋ ਕੁਝ ਵੀ ਕੀਤਾ ਜਾ ਸਕਦਾ ਹੈ ਉਹ ਮੌਤ ਦੇ ਸੰਬੰਧ 'ਚ ਹੀ ਕੀਤਾ ਜਾ ਸਕਦਾ ਹੈ, ਕਿਉਂਕਿ ਮਰ ਜਾਣ ਤੋਂ ਬਾਅਦ ਕੁਝ ਵੀ ਕਰਨਾ ਸੰਭਵ ਨਹੀਂ ਹੈ। ਮਰਨ ਤੋਂ ਪਹਿਲਾਂ ਹੀ ਕੁਝ ਵੀ ਕੀਤਾ ਜਾ ਸਕਦਾ ਹੈ। ਹੁਣ ਇੱਕ ਬੰਦਾ ਬੇਹੋਸ਼ ਮਰ ਗਿਆ ਤਾਂ ਇਹ ਬੇਹੋਸ਼ ਵਿਅਕਤੀ ਹੁਣ ਜੰਮਣ ਤੋਂ ਪਹਿਲਾਂ ਤੱਕ ਤਾਂ ਕੁਝ ਵੀ ਨਹੀਂ ਕਰ ਸਕਦਾ। ਕੋਈ ਉਪਾਅ ਨਹੀਂ ਹੈ, ਇਹ ਬੇਹੋਸ਼ ਹੀ ਰਹੇਗਾ। ਇਸ ਲਈ ਜਨਮ ਤਾਂ ਜੇਕਰ ਤੁਸੀਂ ਬੇਹੋਸ਼ ਮਰੇ ਹੋ ਤਾਂ ਬੇਹੋਸ਼ੀ 'ਚ ਹੀ ਲੈਣਾ ਪਏਗਾ। ਤੇ ਜੋ ਕੁਝ ਵੀ ਕੀਤਾ ਜਾ ਸਕਦਾ ਹੈ ਉਹ ਮੌਤ ਦੇ ਸੰਬੰਧ 'ਚ ਕੀਤਾ ਜਾ ਸਕਦਾ ਹੈ, ਕਿਉਂਕਿ ਮੌਤ ਤੋਂ ਪਹਿਲਾਂ ਸਾਨੂੰ ਬਹੁਤ ਮੌਕਾ ਹੈ, ਇੱਕ ਪੂਰੇ ਜੀਵਨ ਦਾ ਮੌਕਾ ਹੈ। ਤੇ ਇਸ ਜੀਵਨ ਦੇ ਪੂਰੇ ਮੌਕੇ 'ਚ ਜਾਗਣ ਦੀ ਕੋਸ਼ਿਸ਼ ਹੋ ਸਕਦੀ ਹੈ। ਫਿਰ ਜੇਕਰ ਕੋਈ ਮੌਤ ਦੀ ਉਡੀਕ ਕਰਦਾ ਰਹੇ ਕਿ ਮਰਦੇ ਸਮੇਂ ਜਾਗ ਪਵਾਂਗੇ ਤਾਂ ਉਹ ਬਹੁਤ ਵੱਡੀ ਭੁੱਲ ਵਿੱਚ ਹੈ। ਮਰਦੇ ਸਮੇਂ ਨਹੀਂ ਜਾਗ ਸਕਦੇ। ਹਾਂ, ਜਾਗਣ ਦੀ ਸਾਧਨਾ ਤਾਂ ਮਰਨ ਤੋਂ ਬਹੁਤ ਪਹਿਲਾਂ ਸ਼ੁਰੂ ਕਰ ਦੇਣੀ ਪਏਗੀ। ਉਹਦੀ ਤਾਂ ਤਿਆਰੀ ਕਰਨੀ ਪਏਗੀ, ਕਿਉਂਕਿ ਜੇਕਰ ਤਿਆਰੀ ਨਹੀਂ ਹੈ ਤਾਂ ਬੇਹੋਸ਼ੀ ਆ ਹੀ ਜਾਏਗੀ। ਬੇਹੋਸ਼ੀ ਹਿਤਕਾਰੀ ਹੈ ਜੇਕਰ ਤਿਆਰੀ ਨਾ ਹੋਵੇ ਤਾਂ। ਕਾਸ਼ੀ ਦੇ ਰਾਜੇ ਦੇ ਪੇਟ ਦਾ ਇੱਕ ਆਪਰੇਸ਼ਨ ਹੋਇਆ 1915 ਦੇ ਨੇੜੇ ਤੇੜੇ। ਉਹ ਪਹਿਲਾ ਆਪਰੇਸ਼ਨ ਸੀ ਪੂਰੀ ਪ੍ਰਿਥਵੀ ਉੱਤੇ ਜੋ ਬਿਨਾਂ ਬੇਹੋਸ਼ੀ ਦੀ ਦਵਾਈ ਕੀਤਿਆ ਗਿਆ। ਪਹਿਲਾਂ ਤਾਂ ਡਾਕਟਰਾਂ ਨੇ ਨਾ ਕਰ ਦਿੱਤੀ। 3 ਅੰਗਰੇਜ਼ ਡਾਕਟਰ ਸਨ। ਉਹਨਾਂ ਨੇ ਇਨਕਾਰ ਕਰ ਦਿੱਤਾ ਕਿ ਸੰਭਵ ਨਹੀਂ ਹੈ, ਕਿਉਂਕਿ ਕਿਸੇ ਬੰਦੇ ਦੇ ਪੇਟ ਦਾ ਆਪਰੇਸ਼ਨ ਹੋਵੇ ਤੇ 2 ਘੰਟੇ 1.5 ਘੰਟੇ ਤੱਕ ਉਹਦਾ ਪੇਟ ਖੁੱਲ੍ਹਾ ਰਹੇ, ਵੱਡਾ ਆਪਰੇਸ਼ਨ ਹੋਵੇ ਤੇ ਉਹਨੂੰ ਬੇਹੋਸ਼ ਨਾ ਕੀਤਾ ਜਾਏ ਤਾਂ ਪੂਰਾ ਖਤਰਾ ਹੈ। ਖਤਰਾ ਇਹ ਹੈ ਕਿ ਇੰਨੀ ਪੀੜ ਹੋਵੇ ਕਿ ਉਹ ਬੰਦਾ ਚਿল্ਲਾਉਣ ਲੱਗੇ, ਉਛਲਣ ਲੱਗੇ, ਕੁੱਦਣ ਲੱਗੇ, ਡਿੱਗ ਪਵੇ, ਕੁਝ ਵੀ ਹੋ ਸਕਦਾ ਹੈ। ਇਸ ਲਈ ਡਾਕਟਰ ਰਾਜ਼ੀ ਨਹੀਂ ਸਨ। ਪਰ ਕਾਸ਼ੀ ਦੇ ਰਾਜੇ ਦਾ ਕਹਿਣਾ ਸੀ ਕਿ ਮੈਂ ਜਿੰਨਾ ਚਿਰ ਧਿਆਨ 'ਚ ਰਹਾਂ ਉਨਾ ਚਿਰ ਕੋਈ ਚਿੰਤਾ ਨਹੀਂ। ਮੈਂ 1.5 ਘੰਟੇ 2 ਘੰਟੇ ਧਿਆਨ 'ਚ ਰਹਿ ਸਕਦਾ। ਕਾਸ਼ੀ ਦੇ ਰਾਜਾ ਰਾਜ਼ੀ ਨਹੀਂ ਸਨ ਬੇਹੋਸ਼ੀ ਦੀ ਦਵਾਈ ਲੈਣ ਨੂੰ। ਉਹ ਕਹਿੰਦੇ ਸਨ ਕਿ ਮੈਂ ਹੋਸ਼ 'ਚ ਵੀ ਹੀ ਆਪਰੇਸ਼ਨ ਕਰਾਉਣਾ ਚਾਹੁੰਦਾ, ਤੇ ਡਾਕਟਰ ਹੋਸ਼ 'ਚ ਕਰਨ ਨੂੰ ਰਾਜ਼ੀ ਨਹੀਂ ਸਨ, ਕਿਉਂਕਿ ਹੋਸ਼ 'ਚ ਉਨੀ ਪੀੜ 'ਚੋਂ ਲੰਘਣਾ ਖਤਰਨਾਕ ਹੋ ਸਕਦਾ। ਪਰ ਹੋਰ ਕੋਈ ਰਾਹ ਨਾ ਦੇਖ ਕੇ ਫਿਰ ਉਹਨਾਂ ਨੇ ਪਹਿਲਾਂ ਤਾਂ ਤਜਰਬੇ ਦੇ ਤੌਰ ਤੇ ਰਾਜੇ ਨੂੰ ਧਿਆਨ 'ਚ ਜਾਣ ਲਈ ਕਿਹਾ ਤੇ ਹੱਥ ਤੇ ਛੁਰੀ ਚਲਾਈ ਤਾਂ ਜੋ ਪਤਾ ਲਗਾ ਸਕਣ ਕਿ ਹੱਥ 'ਚ ਕੰਬਣੀ ਹੁੰਦੀ ਹੈ ਜਾਂ ਨਹੀਂ। ਪਰ ਕੰਬਣੀ ਵੀ ਨਹੀਂ ਹੋਈ ਤੇ 2 ਘੰਟੇ ਦੇ ਬਾਅਦ ਹੀ ਰਾਜਾ ਇਹ ਕਹਿ ਸਕਿਆ ਕਿ ਮੇਰੇ ਹੱਥ 'ਚ ਦਰਦ ਹੋ ਰਿਹਾ। 2 ਘੰਟੇ ਤੱਕ ਤਾਂ ਕੁਝ ਪਤਾ ਹੀ ਨਹੀਂ ਲੱਗਿਆ। ਤਦ ਫਿਰ ਆਪਰੇਸ਼ਨ ਕੀਤਾ ਗਿਆ। ਉਹ ਪਹਿਲਾ ਆਪਰੇਸ਼ਨ ਸੀ ਪ੍ਰਿਥਵੀ ਉੱਤੇ, ਜਿਸ ਵਿੱਚ ਪੇਟ ਉੱਤੇ 1.5 ਘੰਟੇ ਤੱਕ ਡਾਕਟਰ ਕੰਮ ਕਰਦੇ ਰਹੇ, ਪੇਟ ਖੋਲ ਕੇ, ਤੇ ਕਿਸੇ ਤਰ੍ਹਾਂ ਦੀ ਬੇਹੋਸ਼ੀ ਦੀ ਦਵਾਈ ਨਹੀਂ ਦਿੱਤੀ ਗਈ ਸੀ। ਰਾਜਾ ਪੂਰੇ ਹੋਸ਼ ਵਿੱਚ ਸੀ। ਪਰ ਇੰਨੇ ਹੋਸ਼ 'ਚ ਹੋਣ ਲਈ ਡੂੰਘੇ ਧਿਆਨ ਦੀ ਲੋੜ ਹੈ। ਇੰਨੇ ਧਿਆਨ ਦੀ ਲੋੜ ਹੈ ਜਿੱਥੇ ਕਿ ਇਹ ਪੂਰਾ ਪਤਾ ਹੋਵੇ ਕਿ ਸਰੀਰ ਵੱਖ ਹੈ, ਮੈਂ ਵੱਖ ਹਾਂ। ਇਸ 'ਚ ਰੱਤੀ ਭਰ ਵੀ ਸ਼ੱਕ ਨਾ ਹੋਵੇ। ਇਸ ਵਿੱਚ ਰੱਤੀ ਭਰ ਵੀ ਸ਼ੱਕ ਰਿਹਾ ਕਿ ਮੈਂ ਸਰੀਰ ਹਾਂ ਤੇ ਅਜਿਹਾ ਜ਼ਰਾ ਵੀ ਖਿਆਲ ਰਿਹਾ ਤਾਂ ਖਤਰਾ ਹੋ ਸਕਦਾ ਹੈ। ਮੌਤ ਬਹੁਤ ਵੱਡਾ ਆਪਰੇਸ਼ਨ ਹੈ, ਬਹੁਤ ਵੱਡਾ ਸਰਜੀਕਲ ਆਪਰੇਸ਼ਨ ਹੈ। ਇੰਨਾ ਵੱਡਾ ਆਪਰੇਸ਼ਨ ਕਿਸੇ ਡਾਕਟਰ ਨੇ ਕਦੇ ਨਹੀਂ ਕੀਤਾ ਜਿੰਨਾ ਵੱਡਾ ਮੌਤ ਹੈ,
ਕਿਉਂਕਿ ਮੌਤ ਵਿੱਚ ਪ੍ਰਾਣਾਂ ਨੂੰ ਇੱਕ ਸਰੀਰ ਤੋਂ ਪੂਰੇ ਦਾ ਪੂਰਾ ਕੱਢ ਕੇ ਦੂਜੇ ਸਰੀਰ 'ਚ ਪ੍ਰਵੇਸ਼ ਕਰਵਾਉਣ ਦਾ ਉਪਾਅ ਹੈ। ਇੰਨਾ ਵੱਡਾ ਕੋਈ ਆਪਰੇਸ਼ਨ ਨਹੀਂ ਹੋਇਆ ਤੇ ਨਾ ਹੋ ਸਕਦਾ ਹੈ ਅਜੇ। ਇੱਕ ਅੱਧਾ ਅੰਗ ਅਸੀਂ ਕੱਟਦੇ ਹਾਂ, ਇੱਕ ਅੱਧੇ ਹਿੱਸੇ ਨੂੰ ਅਸੀਂ ਬਦਲਦੇ ਹਾਂ। ਇੱਥੇ ਤਾਂ ਪੂਰੇ ਪ੍ਰਾਣ ਦੀ ਸ਼ਕਤੀ ਨੂੰ, ਪੂਰੀ ਊਰਜਾ ਨੂੰ ਇੱਕ ਸਰੀਰ ਨੂੰ ਹਟਾ ਕੇ ਦੂਜੇ ਸਰੀਰ 'ਚ ਪ੍ਰਵੇਸ਼ ਕਰਾਉਣਾ ਹੈ। ਤਾਂ ਕੁਦਰਤ ਨੇ ਪਹਿਲਾਂ ਤੋਂ ਇੰਤਜ਼ਾਮ ਕਰ ਰੱਖਿਆ ਕਿ ਤੁਸੀਂ ਬੇਹੋਸ਼ ਹੋ ਜਾਓ। ਇਹ ਹਿਤਕਾਰੀ ਹੈ ਕਿਉਂਕਿ ਉਨੀ ਪੀੜ ਨੂੰ ਸ਼ਾਇਦ ਝੱਲਿਆ ਨਾ ਜਾ ਸਕੇ, ਤੇ ਇਹ ਵੀ ਹੋ ਸਕਦਾ ਹੈ ਕਿ ਕਿਉਂਕਿ ਉਨੀ ਪੀੜ ਝੱਲੀ ਨਹੀਂ ਜਾ ਸਕਦੀ, ਇਸ ਲਈ ਹੀ ਅਸੀਂ ਬੇਹੋਸ਼ ਹੋ ਜਾਂਦੇ ਹਾਂ। ਪਰ ਹਿਤਕਾਰੀ ਤਾਂ ਹੈ, ਇੱਕ ਗੂੜੇ ਅਰਥਾਂ 'ਚ ਅਹਿਤਕਾਰੀ ਵੀ ਹੈ, ਕਿਉਂਕਿ ਫਿਰ ਸਾਨੂੰ ਚੇਤਾ ਨਹੀਂ ਰਹਿ ਜਾਂਦਾ ਕਿ ਪਿੱਛੇ ਕੀ ਹੋਇਆ, ਤੇ ਲਗਭਗ ਹਰ ਜਨਮ 'ਚ ਅਸੀਂ ਉਹੀ ਨਾ ਸਮਝੀ ਦੁਹਰਾਉਂਦੇ ਚਲੇ ਜਾਂਦੇ ਹਾਂ ਜੋ ਅਸੀਂ ਪਿਛਲੇ ਜਨਮ 'ਚ ਦੁਹਰਾਈ ਹੋਏਗੀ। ਜੇਕਰ ਯਾਦ ਆ ਜਾਏ ਕਿ ਪਿਛਲੇ ਜਨਮ 'ਚ ਅਸੀਂ ਕੀ ਕੀਤਾ, ਤਾਂ ਸ਼ਾਇਦ ਅਸੀਂ ਉਹਨਾਂ ਹੀ ਖੱਡਾਂ 'ਚ ਦੁਬਾਰਾ ਨਹੀਂ ਉਤਰਾਂਗੇ ਜਿਨ੍ਹਾਂ 'ਚ ਅਸੀਂ ਪਿਛਲੇ ਜਨਮ ਵਿੱਚ ਉਤਰੇ ਸੀ। ਤੇ ਜੇਕਰ ਯਾਦ ਆ ਜਾਏ ਕਿ ਅਸੀਂ ਪਿਛਲੇ ਸਾਰੇ ਜਨਮਾਂ 'ਚ ਕੀ ਕੀਤਾ ਹੈ, ਤਾਂ ਅਸੀਂ ਇਹੀ ਆਦਮੀ ਨਹੀਂ ਹੋ ਸਕਾਂਗੇ ਜੋ ਅਸੀਂ ਹਾਂ। ਇਹ ਅਸੰਭਵ ਹੈ ਕਿ ਅਸੀਂ ਇਹੀ ਆਦਮੀ ਹੋ ਸਕੀਏ, ਕਿਉਂਕਿ ਅਸੀਂ ਬਹੁਤ ਵਾਰ ਧਨ ਜਮ੍ਹਾਂ ਕੀਤਾ। ਹਰ ਵਾਰ ਮੌਤ ਨੇ ਸਾਰੇ ਜਮ੍ਹਾਂ ਧਨ ਨੂੰ ਵਿਅਰਥ ਕਰ ਦਿੱਤਾ। ਸ਼ਾਇਦ ਅੱਜ ਧਨ ਜਮ੍ਹਾਂ ਕਰਨ ਦੀ ਉਨੀ ਪਾਗਲ ਦੌੜ ਸਾਡੇ ਅੰਦਰ ਨਾ ਰਹਿ ਜਾਏ। ਅਸੀਂ 1000 ਵਾਰ ਪ੍ਰੇਮ ਕੀਤਾ, ਸਭ ਪ੍ਰੇਮ ਵਿਅਰਥ ਹੋ ਗਿਆ, ਤਾਂ ਸ਼ਾਇਦ ਪ੍ਰੇਮ ਕਰਨ ਤੇ ਪ੍ਰੇਮ ਪਾਉਣ ਦੀ ਪਾਗਲ ਦੌੜ ਲੋਪ ਹੋ ਜਾਏ। ਅਸੀਂ ਹਜ਼ਾਰ ਵਾਰ ਵੱਡੀਆਂ ਕਾਮਨਾਵਾਂ ਕੀਤੀਆਂ, ਹੰਕਾਰ ਕੀਤਾ, ਜਸ ਪਾਇਆ, ਅਹੁਦੇ ਪਾਏ, ਸਭ ਵਿਅਰਥ ਹੋ ਗਏ, ਸਭ ਧੂੜ 'ਚ ਮਿਲ ਗਏ। ਜੇਕਰ ਇਹ ਚੇਤੇ ਆ ਜਾਏ ਤਾਂ ਸ਼ਾਇਦ ਅੱਜ ਵੱਡੀ ਕਾਮਨਾ ਇੱਕਦਮ ਖਤਮ ਹੋ ਜਾਏ। ਅਸੀਂ ਉਹੀ ਆਦਮੀ ਨਹੀਂ ਹੋ ਸਕਦੇ ਜੋ ਅਸੀਂ ਹਾਂ। ਨੁਕਸਾਨ ਇਹ ਹੋ ਜਾਂਦਾ ਹੈ ਕਿ ਸਾਨੂੰ ਪਿਛਲੇ ਜਨਮ ਦਾ ਕੋਈ ਚੇਤਾ ਨਹੀਂ ਰਹਿ ਜਾਂਦਾ। ਇਸ ਲਈ ਲਗਭਗ ਇੱਕ ਚੱਕਰ 'ਚ ਆਦਮੀ ਘੁੰਮਦਾ ਰਹਿੰਦਾ ਹੈ। ਉਹਨੂੰ ਪਤਾ ਹੀ ਨਹੀਂ ਕਿ ਇਸ ਚੱਕਰ ਵਿੱਚੋਂ ਮੈਂ ਬਹੁਤ ਵਾਰ ਲੰਘ ਚੁੱਕਿਆ, ਤੇ ਇਸ ਵਾਰ ਵੀ ਉਹ ਉਸੇ ਆਸ ਨਾਲ ਲੰਘਦਾ ਹੈ ਜਿਸ ਆਸ ਨਾਲ ਪਹਿਲਾਂ ਵੀ ਬਹੁਤ ਵਾਰ ਲੰਘਿਆ ਹੈ। ਨੁਕਸਾਨ ਇਹ ਹੈ, ਇਸ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ, ਪਰ ਉਹਦੇ ਲਈ ਕਾਫੀ ਜਾਗਰੂਕ ਪ੍ਰਯੋਗ ਚਾਹੀਦੇ ਹਨ। ਇੱਕਦਮ ਹੀ ਮੌਤ ਦੀ ਉਡੀਕ ਨਹੀਂ ਕੀਤੀ ਜਾ ਸਕਦੀ, ਕਿਉਂਕਿ ਇੰਨੇ ਵੱਡੇ ਝਟਕੇ ਵਿੱਚ, ਇੰਨੇ ਵੱਡੇ ਆਪਰੇਸ਼ਨ ਵਿੱਚ ਇੱਕਦਮ ਹੀ ਨਹੀਂ ਜਾਗਿਆ ਜਾ ਸਕਦਾ। ਸਾਨੂੰ ਹੌਲੀ ਹੌਲੀ ਪ੍ਰਯੋਗ ਕਰਨੇ ਪੈਣਗੇ, ਹੌਲੀ ਹੌਲੀ ਛੋਟੇ ਦੁੱਖਾਂ ਉੱਪਰ ਪ੍ਰਯੋਗ ਕਰਨੇ ਪੈਣਗੇ ਕਿ ਅਸੀਂ ਛੋਟੇ ਦੁੱਖਾਂ 'ਚ ਜਾਗ ਸਕੀਏ। ਸਿਰ 'ਚ ਪੀੜ ਹੈ, ਕਦੇ ਜਾਗਣਾ ਮਿਟ ਜਾਂਦਾ ਹੈ। ਅਜਿਹਾ ਲੱਗਦਾ ਹੈ ਕਿ ਮੈਨੂੰ ਪੀੜ ਹੋ ਰਹੀ ਹੈ, ਅਜਿਹਾ ਨਹੀਂ ਲੱਗਦਾ ਕਿ ਸਿਰ ਨੂੰ ਪੀੜ ਹੋ ਰਹੀ ਹੈ। ਤਾਂ ਸਿਰ ਦੀ ਛੋਟੀ ਪੀੜ 'ਚ ਪ੍ਰਯੋਗ ਕਰਕੇ ਸਿੱਖਣਾ ਪਏਗਾ ਕਿ ਪੀੜ ਹੋ ਰਹੀ ਹੈ ਸਿਰ ਨੂੰ, ਮੈਂ ਜਾਣ ਰਿਹਾ। ਸਵਾਮੀ ਰਾਮ ਅਮਰੀਕਾ ਗਏ ਤਾਂ ਉੱਥੋਂ ਦੇ ਲੋਕ ਉਹਨਾਂ ਦੀ ਗੱਲ ਸਮਝਣ 'ਚ ਬੜੀ ਕਠਿਨਾਈ 'ਚ ਪਏ। ਸ਼ੁਰੂ 'ਚ ਅਮਰੀਕਾ ਦਾ ਪ੍ਰੈਜ਼ੀਡੈਂਟ ਉਹਨਾਂ ਨੂੰ ਮਿਲਣ ਆਇਆ ਤਾਂ ਉਹ ਬੜੀ ਮੁਸ਼ਕਿਲ 'ਚ ਪਿਆ। ਉਹਨੇ ਕਿਹਾ ਤੁਸੀਂ ਕਿਹੋ ਜਿਹੀ ਭਾਸ਼ਾ ਬੋਲਦੇ ਹੋ, ਕਿਉਂਕਿ ਰਾਮ 3rd person 'ਚ ਬੋਲਦੇ ਸਨ। ਉਹ ਅਜਿਹਾ ਨਹੀਂ ਕਹਿੰਦੇ ਸਨ ਕਿ ਮੈਨੂੰ ਭੁੱਖ ਲੱਗੀ ਹੈ, ਉਹ ਕਹਿੰਦੇ ਸਨ ਰਾਮ ਨੂੰ ਬੜੀ ਭੁੱਖ ਲੱਗੀ ਹੈ। ਉਹ ਅਜਿਹਾ ਨਹੀਂ ਕਹਿੰਦੇ ਸਨ ਕਿ ਮੇਰੇ ਸਿਰ 'ਚ ਪੀੜ ਹੋ ਰਹੀ ਹੈ, ਉਹ ਕਹਿੰਦੇ ਸਨ ਰਾਮ ਦੇ ਸਿਰ 'ਚ ਬਹੁਤ ਪੀੜ ਹੋ ਰਹੀ ਹੈ। ਤਾਂ ਪਹਿਲਾਂ ਤਾਂ ਲੋਕ ਬੜੀ ਮੁਸ਼ਕਿਲ 'ਚ ਪਏ ਕਿ ਉਹ ਕਹਿ ਕੀ ਰਹੇ ਹਨ। ਉਹ ਕਹਿੰਦੇ ਸਨ ਕਿ ਰਾਤੀ ਰਾਮ ਨੂੰ ਬੜੀ ਸਰਦੀ ਲੱਗਦੀ ਰਹੀ। ਤਾਂ ਕੋਈ ਉਹਨਾਂ ਨੂੰ ਪੁੱਛਦਾ ਕਿ ਤੁਸੀਂ ਕਿਸ ਦੀ ਗੱਲ ਕਰ ਰਹੇ ਹੋ, ਕਿਸ ਦੀ ਬਾਬਤ ਕਹਿ ਰਹੇ ਹੋ, ਤਾਂ ਉਹ ਕਹਿੰਦੇ ਰਾਮ ਦੀ ਬਾਬਤ। ਉਹ ਪੁੱਛਦੇ ਕੌਣ ਰਾਮ, ਤਾਂ ਉਹ ਕਹਿੰਦੇ ਇਹ ਰਾਮ। ਇਹਨੂੰ ਰਾਤੀ ਬੜੀ ਸਰਦੀ ਲੱਗਦੀ ਰਹੀ ਤੇ ਅਸੀਂ ਬੜਾ ਹੱਸਦੇ ਰਹੇ ਕਿ ਦੇਖ ਰਾਮ ਕਿਹੋ ਜਿਹੀ ਸਰਦੀ ਚੱਲ ਰਿਹਾ। ਤੇ ਉਹ ਕਹਿੰਦੇ ਕਿ ਰਾਹ ਤੇ ਰਾਮ ਜਾ ਰਹੇ ਸਨ, ਕੁਛ ਲੋਕ ਗਾਲਾਂ ਕੱਢਣ ਲੱਗੇ ਤਾਂ ਅਸੀਂ ਖੂਬ ਹੱਸਣ ਲੱਗੇ ਕਿ ਦੇਖ ਰਾਮ ਕਿਹੋ ਜਿਹੀਆਂ ਗਾਲਾਂ ਪਈਆਂ। ਮਾਣ ਲੱਭਣ ਨਿਕਲੋਗੇ ਤਾਂ ਅਪਮਾਨ ਹੋਏਗਾ ਹੀ। ਲੋਕ ਕਹਿੰਦੇ ਪਰ ਤੁਸੀਂ ਗੱਲ ਕਿਸ ਦੀ ਕਰ ਰਹੇ ਹੋ, ਕਿਸ ਦੀ ਬਾਬਤ ਕਹਿ ਰਹੇ ਹੋ, ਕੌਣ ਰਾਮ, ਤਾਂ ਉਹ ਕਹਿੰਦੇ ਇਹ ਰਾਮ। ਛੋਟੇ ਛੋਟੇ ਜ਼ਿੰਦਗੀ ਦੇ ਦੁੱਖਾਂ ਤੋਂ ਪ੍ਰਯੋਗ ਸ਼ੁਰੂ ਕਰਨਾ ਪਏਗਾ। ਜ਼ਿੰਦਗੀ 'ਚ ਰੋਜ਼ਾਨਾ ਛੋਟੇ ਦੁੱਖ ਆਉਂਦੇ ਹਨ, ਰੋਜ਼ਾਨਾ ਹਰ ਪਲ ਉਹ ਖੜੇ ਹਨ, ਤੇ ਦੁਖੀ ਕਿਉਂ? ਸੁੱਖ ਨਾਲ ਵੀ ਪ੍ਰਯੋਗ ਕਰਨਾ ਪਏਗਾ, ਕਿਉਂਕਿ ਦੁੱਖ 'ਚ ਜਾਗਣਾ ਓਨਾ ਮੁਸ਼ਕਿਲ ਨਹੀਂ ਹੈ ਜਿੰਨਾ ਸੁੱਖ 'ਚ ਜਾਗਣਾ ਮੁਸ਼ਕਿਲ ਹੈ। ਇਹ ਅਨੁਭਵ ਕਰਨਾ ਬਹੁਤ ਮੁਸ਼ਕਿਲ ਨਹੀਂ ਹੈ ਕਿ ਸਿਰ ਵੱਖ ਹੈ ਤੇ ਉਸ ਵਿੱਚ ਪੀੜ ਹੋ ਰਹੀ ਹੈ, ਪਰ ਇਹ ਅਨੁਭਵ ਕਰਨਾ ਹੋਰ ਵੀ ਮੁਸ਼ਕਿਲ ਹੈ ਕਿ ਸਰੀਰ ਵੱਖ ਹੈ ਤੇ ਤੰਦਰੁਸਤੀ ਦਾ ਜੋ ਰਸ ਆ ਰਿਹਾ ਹੈ ਉਹ ਵੀ ਵੱਖ ਹੈ, ਉਹ ਵੀ ਮੈਂ ਨਹੀਂ ਹਾਂ। ਸੁੱਖ 'ਚ ਦੂਰ ਹੋਣਾ ਹੋਰ ਵੀ ਮੁਸ਼ਕਿਲ ਹੈ, ਕਿਉਂਕਿ ਸੁੱਖ 'ਚ ਅਸੀਂ ਨੇੜੇ ਹੋਣਾ ਚਾਹੁੰਦੇ ਹਾਂ, ਹੋਰ ਨੇੜੇ।
ਦੁੱਖ 'ਚ ਤਾਂ ਅਸੀਂ ਦੂਰ ਹੋਣਾ ਹੀ ਚਾਹੁੰਦੇ ਹਾਂ, ਯਾਨੀ ਕਿ ਦੁੱਖ 'ਚ ਤਾਂ ਇਹ ਪੱਕਾ ਪਤਾ ਲੱਗ ਜਾਏ ਕਿ ਦੁੱਖ ਦੂਰ ਹੈ, ਤਾਂ ਇਹ ਸਾਡੀ ਇੱਛਾ ਵੀ ਹੈ ਕਿ ਦੁੱਖ ਦੂਰ ਹੋਵੇ, ਤਾਂ ਸਾਨੂੰ ਇਹ ਪਤਾ ਲੱਗ ਜਾਏ ਤਾਂ ਦੁੱਖ ਤੋਂ ਸਾਡਾ ਛੁਟਕਾਰਾ ਹੋ ਜਾਏ। ਤਾਂ ਦੁੱਖ ਵਿੱਚ ਵੀ ਜਾਗਣ ਦੇ ਪ੍ਰਯੋਗ ਕਰਨੇ ਪੈਣਗੇ ਤੇ ਸੁੱਖ ਵਿੱਚ ਵੀ ਜਾਗਣ ਦੇ ਪ੍ਰਯੋਗ ਕਰਨੇ ਪੈਣਗੇ, ਤੇ ਇਹਨਾਂ ਪ੍ਰਯੋਗਾਂ 'ਚ ਜੋ ਉਤਰਦਾ ਹੈ ਉਹ ਕਈ ਵਾਰ ਸਵੈ ਇੱਛਾ ਨਾਲ ਦੁੱਖ ਵੰਡ ਕੇ ਵੀ ਪ੍ਰਯੋਗ ਕਰ ਸਕਦਾ ਹੈ। ਸਾਰੀ ਤਪ ਚਰਚਾ ਦਾ ਮੂਲ ਰਹੱਸ ਇੰਨਾ ਹੀ ਹੈ, ਉਹ ਸਵੈ ਇੱਛਾ ਨਾਲ ਦੁੱਖ ਨੂੰ ਵੰਡ ਕੇ ਕੀਤਾ ਗਿਆ ਪ੍ਰਯੋਗ ਹੈ। ਜਿਵੇਂ ਇੱਕ ਬੰਦਾ ਵਰਤ ਰੱਖ ਰਿਹਾ ਹੈ, ਭੁੱਖਾ ਖੜਾ ਹੈ, ਉਹ ਇਹ ਜਾਣਨ ਦੀ ਕੋਸ਼ਿਸ਼ ਕਰ ਰਿਹਾ ਕਿ ਭੁੱਖ ਦੇ ਉਸ ਪ੍ਰਯੋਗ ਵਿੱਚ ਆਮ ਤੌਰ ਤੇ ਜੋ ਲੋਕ ਵਰਤ ਰੱਖਦੇ ਹਨ ਉਹਨਾਂ ਨੂੰ ਖਿਆਲ ਵੀ ਨਹੀਂ ਹੈ ਕਿ ਕੀ ਕਰ ਰਹੇ ਹਨ, ਉਹ ਸਿਰ ਭੁੱਖੇ ਹਨ ਤੇ ਕੱਲ ਖਾਣਾ ਖਾਣਾ ਹੈ ਉਹਦੀ ਉਡੀਕ ਕਰ ਰਹੇ ਹਨ। ਪਰ ਵਰਤ ਦਾ ਜੋ ਮੌਲਿਕ ਪ੍ਰਯੋਗ ਹੈ ਉਹ ਇਹ ਹੈ ਕਿ ਭੁੱਖ ਮੈਥੋਂ ਦੂਰ ਹੈ, ਇਹਦਾ ਅਨੁਭਵ ਕਰਨਾ ਹੈ। ਮੈਂ ਭੁੱਖਾ ਨਹੀਂ ਹਾਂ, ਤਾਂ ਭੁੱਖ ਨੂੰ ਆਪਣੇ ਹੱਥੀਂ ਪੈਦਾ ਕਰਕੇ ਇਹ ਜਾਣਨ ਦੀ ਅੰਦਰ ਕੋਸ਼ਿਸ਼ ਚੱਲ ਰਹੀ ਹੈ ਕਿ ਭੁੱਖ ਉੱਥੇ ਹੈ, ਰਾਮ ਨੂੰ ਭੁੱਖ ਲੱਗੀ ਹੈ, ਮੈਂ ਭੁੱਖਾ ਨਹੀਂ ਹਾਂ। ਮੈਂ ਜਾਣ ਰਿਹਾ ਕਿ ਭੁੱਖ ਲੱਗੀ ਹੈ ਤੇ ਇਹਨੂੰ ਜਾਣਨਾ ਹੈ ਤੇ ਉਸ ਘੜੀ ਤੇ ਪਹੁੰਚ ਜਾਣਾ ਜਿੱਥੇ ਭੁੱਖ ਤੇ ਮੇਰੇ ਵਿਚਾਲੇ ਇੱਕ ਫਾਸਲਾ ਹੋਵੇ। ਮੈਂ ਭੁੱਖਾ ਨਾ ਰਹਿ ਜਾਵਾਂ, ਭੁੱਖ ਵਿੱਚ ਵੀ ਮੈਂ ਭੁੱਖਾ ਨਾ ਰਹਿ ਜਾਵਾਂ, ਸਰੀਰ ਭੁੱਖਾ ਰਹੇ ਤੇ ਮੈਂ ਜਾਣਾ, ਮੈਂ ਸਿਰਫ ਜਾਣਨ ਵਾਲਾ ਰਹਿ ਜਾਵਾਂ। ਤਦ ਤਾਂ ਵਰਤ ਦਾ ਬੜਾ ਡੂੰਘਾ ਅਰਥ ਹੋ ਜਾਂਦਾ ਹੈ। ਉਹਦਾ ਅਰਥ ਸਿਰਫ ਭੁੱਖਾ ਰਹਿਣਾ ਨਹੀਂ ਹੈ। ਤੇ ਆਮ ਤੌਰ ਤੇ ਜੋ ਲੋਕ ਵਰਤ ਰੱਖਦੇ ਹਨ ਉਹ 24 ਘੰਟੇ ਇਹ ਦੁਹਰਾਉਂਦੇ ਰਹਿੰਦੇ ਹਨ ਕਿ ਮੈਂ ਭੁੱਖਾ, ਅੱਜ ਖਾਣਾ ਨਹੀਂ ਖਾਧਾ, ਕੱਲ ਖਾਣਾ ਖਾਣ ਦੀ ਯੋਜਨਾ 'ਚ ਚਿੱਤ ਰਮਿਆ ਰਹਿੰਦਾ ਹੈ ਤੇ ਕੱਲ ਕੀ ਖਾਣਾ ਹੈ ਉਹਦੀ ਵੀ ਯੋਜਨਾ ਬਣਦੀ ਰਹਿੰਦੀ ਹੈ। ਤਦ ਵਰਤ ਵਿਅਰਥ ਹੋ ਗਿਆ, ਤਦ ਉਹ ਸਿਰਫ ਅਨਸ਼ਨ ਰਿਹਾ। ਅਨਸ਼ਨ ਤੇ ਵਰਤ ਦਾ ਇਹੀ ਫਰਕ ਹੈ। ਅਨਸ਼ਨ ਦਾ ਮਤਲਬ ਹੈ ਨਾ ਖਾਣਾ, ਵਰਤ ਦਾ ਮਤਲਬ ਹੈ ਹੋਰ ਨੇੜੇ ਨਿਵਾਸ ਕਰਨਾ। ਕਿਸ ਤੇ? ਵਰਤ ਦਾ ਮਤਲਬ ਹੈ ਹੋਰ ਨੇੜੇ ਨਿਵਾਸ ਕਰਨਾ। ਕਿਸ ਦੇ ਨੇੜੇ ਨਿਵਾਸ ਕਰਨਾ? ਆਪਣੇ ਸਰੀਰ ਦੇ ਫਾਸਲੇ ਤੇ ਆਪਣੇ ਆਪ ਦੇ ਨੇੜੇ ਆਉਣਾ। ਵਰਤ ਦਾ ਮਤਲਬ ਹੀ ਇਹੀ ਹੈ। ਵਰਤ ਦੇ ਮਤਲਬ ਤੋਂ ਵਰਤ ਵਿੱਚ ਕਿਤੇ ਵੀ ਭੁੱਖਾ ਰਹਿਣ ਦਾ ਸਵਾਲ ਹੀ ਨਹੀਂ ਹੈ। ਵਰਤ ਸ਼ਬਦ ਵਿੱਚ ਵੀ ਭੁੱਖਾ ਰਹਿਣ ਦਾ ਕੋਈ ਸਵਾਲ ਨਹੀਂ ਹੈ। ਵਰਤ ਦਾ ਮਤਲਬ ਹੈ ਵਾਸਾ, ਨੇੜੇ, ਹੋਰ ਨੇੜੇ। ਕਿਸ ਦੇ ਨੇੜੇ? ਆਪਣੇ ਨੇੜੇ। ਆਪਣੇ ਨੇੜੇ ਰਹਿਣਾ ਤੇ ਸਰੀਰ ਤੋਂ ਦੂਰ। ਤਦ ਫਿਰ ਵੀ ਹੋ ਸਕਦਾ ਹੈ ਕਿ ਇੱਕ ਬੰਦਾ ਭੋਜਨ ਕਰਕੇ ਵੀ ਉਪਵਾਸਾ ਹੋਵੇ, ਕਿਉਂਕਿ ਜੇਕਰ ਭੋਜਨ ਕਰਦੇ ਹੋਏ ਵੀ ਉਹ ਜਾਣਦਾ ਹੈ ਕਿ ਭੋਜਨ ਦੂਰ ਹੋ ਰਿਹਾ ਹੈ ਤੇ ਮੈਂ ਕਿਤੇ ਹੋਰ, ਤਾਂ ਉਪਵਾਸ ਹੈ। ਇਹ ਵੀ ਹੋ ਸਕਦਾ ਹੈ ਕਿ ਇਹ ਬੰਦਾ ਭੋਜਨ ਨਾ ਕਰਦੇ ਹੋਏ ਵੀ ਉਪਵਾਸ ਨਾ ਹੋਵੇ, ਕਿਉਂਕਿ ਉਹ ਜਾਣਦਾ ਕਿ ਮੈਂ ਭੁੱਖਾ ਮਰਿਆ ਜਾ ਰਿਹਾ। ਉਪਵਾਸ ਦਾ ਇੱਕ ਮਨੋਵਿਗਿਆਨਕ ਬੋਧ ਹੈ, ਭੁੱਖ ਤੋਂ ਭਿੰਨਤਾ ਦਾ। ਤਾਂ ਅਜਿਹੇ ਹੋਰ ਦੁੱਖ ਵੀ ਪੈਦਾ ਕੀਤੇ ਜਾ ਸਕਦੇ ਆ ਸਵੈ ਇੱਛਾ ਨਾਲ। ਪਰ ਸਵੈ ਇੱਛਾ ਨਾਲ ਪੈਦਾ ਕੀਤੇ ਗਏ ਦੁੱਖ ਬਹੁਤ ਡੂੰਘਾ ਪ੍ਰਯੋਗ ਹਨ। ਇੱਕ ਬੰਦਾ ਕੰਡਿਆਂ ਉੱਤੇ ਵੀ ਲੇਟ ਸਕਦਾ ਹੈ, ਸਿਰਫ ਇਹ ਜਾਣਨ ਦੇ ਲਈ ਕਿ ਕੰਡੇ ਮੈਨੂੰ ਨਹੀਂ ਚੁੱਭ ਰਹੇ ਹਨ, ਕੰਡੇ ਕਿਤੇ ਹੋਰ ਚੁਭੇ ਹੋਏ ਹਨ ਤੇ ਮੈਂ ਕਿਤੇ ਹੋਰ ਹਾਂ। ਇਹ ਅਨੁਭਵ ਕਰਨ ਦੇ ਲਈ ਦੁੱਖ ਨੂੰ ਸੱਦਾ ਵੀ ਦਿੱਤਾ ਜਾ ਸਕਦਾ ਹੈ। ਪਰ ਅਜੇ ਤਾਂ ਅਣਸੱਦੇ ਦੁੱਖ ਹੀ ਕਾਫੀ ਹਨ, ਉਹਨਾਂ ਨੂੰ ਸੱਦਾ ਦੇਣ ਦੀ ਕੋਈ ਲੋੜ ਨਹੀਂ ਹੈ। ਦੁੱਖ ਹਮੇਸ਼ਾ ਹੀ ਬਹੁਤ ਹਨ, ਅਜੇ ਉਹਨਾਂ ਨਾਲ ਹੀ ਪ੍ਰਯੋਗ ਸ਼ੁਰੂ ਕਰਨਾ ਚਾਹੀਦਾ ਹੈ। ਦੁੱਖ ਐਵੇਂ ਹੀ ਚਲੇ ਆਉਂਦੇ ਹਨ। ਆਏ ਹੋਏ ਦੁੱਖ ਵਿੱਚ ਵੀ ਜੇਕਰ ਇਹ ਬੋਧ ਰੱਖਿਆ ਜਾ ਸਕੇ ਕਿ ਮੈਂ ਵੱਖ ਹਾਂ, ਮੈਂ ਦੂਰ ਹਾਂ, ਤਾਂ ਦੁੱਖ ਸਾਧਨਾ ਬਣ ਜਾਂਦਾ ਹੈ। ਆਏ ਹੋਏ ਸੁੱਖ ਵਿੱਚ ਵੀ ਸਾਧਨਾ ਕਰਨੀ ਪਏਗੀ, ਕਿਉਂਕਿ ਦੁੱਖ ਵਿੱਚ ਤਾਂ ਹੋ ਸਕਦਾ ਅਸੀਂ ਆਪਣੇ ਆਪ ਨੂੰ ਧੋਖਾ ਵੀ ਦੇ ਦਈਏ, ਕਿਉਂਕਿ ਮਨ ਮੰਨਣ ਨੂੰ ਕਰਦਾ ਹੈ ਕਿ ਦੁੱਖ ਮੈਂ ਨਹੀਂ ਹਾਂ, ਪਰ ਸੁੱਖ ਨੂੰ ਤਾਂ ਮਨ ਮੰਨਣ ਨੂੰ ਕਰਦਾ ਹੈ ਕਿ ਮੈਂ ਸੁੱਖ ਹਾਂ। ਇਸ ਲਈ ਸੁੱਖ ਵਿੱਚ ਸਾਧਨਾ ਹੋਰ ਮੁਸ਼ਕਿਲ ਹੋ ਜਾਂਦੀ ਹੈ। ਅਸਲ ਵਿੱਚ ਸੁੱਖ ਤੋਂ ਦੂਰ ਅਨੁਭਵ ਕਰਨਾ ਸਭ ਤੋਂ ਵੱਡਾ ਦੁੱਖ ਹੈ। ਸੁੱਖ ਤੋਂ ਆਪਣੇ ਆਪ ਨੂੰ ਦੂਰ ਅਨੁਭਵ ਕਰਨਾ ਬਹੁਤ ਦੁੱਖ ਹੈ, ਕਿਉਂਕਿ ਉੱਥੇ ਤਾਂ ਮਨ ਹੁੰਦਾ ਹੈ ਕਿ ਡੁੱਬ ਜਾਓ ਪੂਰੇ ਤੇ ਭੁੱਲ ਜਾਓ ਕਿ ਮੈਂ ਵੱਖ ਹਾਂ। ਸੁੱਖ ਡੁੱਬਦਾ ਹੈ, ਦੁੱਖ ਤਾਂ ਉਂਝ ਤੋੜਦਾ ਹੈ ਤੇ ਵੱਖ ਕਰਦਾ ਹੈ। ਦੁੱਖ ਨੂੰ ਤਾਂ ਅਸੀਂ ਮਜਬੂਰੀ ਵਿੱਚ ਨਾਲ ਅਜਿਹਾ ਮਨ ਪਾਉਂਦੇ ਹਾਂ, ਲੇਕਿਨ ਸੁੱਖ ਨੂੰ ਤਾਂ ਅਸੀਂ ਪੂਰੇ ਪ੍ਰਾਣਾਂ ਨਾਲ ਗਲਵੱਕੜੀ ਪਾ ਲੈਣਾ ਚਾਹੁੰਦੇ ਹਾਂ। ਆਏ ਹੋਏ ਦੁੱਖ ਵਿੱਚ ਜਾਗੋ, ਆਏ ਹੋਏ ਸੁੱਖ ਵਿੱਚ ਜਾਗੋ, ਕਦੇ ਕਦੇ ਪ੍ਰਯੋਗ ਦੇ ਲਈ ਸੱਦੇ ਹੋਏ ਦੁੱਖ ਵਿੱਚ ਵੀ ਜਾਗੋ, ਕਿਉਂਕਿ ਸੱਦੇ ਹੋਏ ਦੁੱਖ 'ਚ ਕੁਝ ਫਰਕ ਹੈ। ਕਿਉਂਕਿ ਜਿਹਨੂੰ ਅਸੀਂ ਸੱਦਦੇ ਹਾਂ, ਜਿਹਨੂੰ ਅਸੀਂ ਨਿਉਂਦਾ ਦਿੰਦੇ ਹਾਂ, ਉਹਦੇ ਨਾਲ ਅਸੀਂ ਪੂਰੇ ਕਦੇ ਨਹੀਂ ਡੁੱਬ ਸਕਦੇ,
ਕਿਉਂਕਿ ਉਹ ਸੱਦਿਆ ਹੋਇਆ ਹੈ, ਬੁਲਾਇਆ ਹੋਇਆ ਹੈ। ਇਹ ਬੋਧ ਵੀ ਫਾਸਲਾ ਪੈਦਾ ਕਰਦਾ ਹੈ। ਮਹਿਮਾਨ ਕਦੇ ਵੀ ਅਸੀਂ ਨਹੀਂ ਹੋ ਸਕਦੇ। ਘਰ 'ਚ ਆਇਆ ਹੋਇਆ ਮਹਿਮਾਨ ਸਾਥੋਂ ਵੱਖ ਹੀ ਹੈ। ਜਦ ਅਸੀਂ ਦੁੱਖ ਨੂੰ ਮਹਿਮਾਨ ਵਾਂਗ ਬੁਲਾ ਲੈਂਦੇ ਹਾਂ ਤਦ ਉਹ ਵੱਖ ਹੀ ਹੁੰਦਾ ਹੈ, ਕਿਉਂਕਿ ਅਸੀਂ ਉਹਨੂੰ ਬੁਲਾਇਆ ਹੈ। ਰਾਹ ਤੁਰਦਿਆਂ ਪੈਰ 'ਚ ਕੰਡਾ ਲੱਗ ਗਿਆ, ਇਹ ਇੱਕ ਦੁਰਘਟਨਾ ਹੈ ਤੇ ਦੁੱਖ ਡੋਬ ਲਏਗਾ। ਪਰ ਤੁਸੀਂ ਕੰਡਾ ਲਿਆਏ ਹੋ ਤੇ ਪੈਰ 'ਚ ਚੁਭੋਇਆ ਤੇ ਜਾਣਿਆ ਹੈ ਹਰ ਪਲ ਕਿ ਕੰਡਾ ਚੁਭੋ ਰਿਹਾ ਹੈ ਤੇ ਦੇਖ ਰਿਹਾ ਦੁੱਖ ਕਿੱਥੇ ਹੈ। ਇਸ ਘਟਨਾ 'ਚ ਜ਼ਰਾ ਕੁ ਫਰਕ ਹੈ। ਪਰ ਮੈਂ ਨਹੀਂ ਕਹਿੰਦਾ ਕਿ ਤੁਸੀਂ ਹੁਣ ਦੁੱਖ ਨੂੰ ਸੱਦਾ ਦੇਣ ਜਾਓ। ਦੁੱਖ ਉਂਝ ਹੀ ਬਹੁਤ ਹਨ, ਉਹਨਾਂ ਨੂੰ ਜੀਓ, ਉਹਨਾਂ ਦੇ ਦਰਮਿਆਨ ਜਾਗੋ ਤੇ ਫਿਰ ਦੁੱਖ ਸੁੱਖ ਨੂੰ ਜੀਓ ਤੇ ਉਹਦੇ ਦਰਮਿਆਨ ਜਾਗੋ। ਤਦ ਕਦੇ ਤੁਹਾਨੂੰ ਲੱਗ ਸਕਦਾ ਹੈ ਕਿ ਕਦੇ ਕਿਸੇ ਦੁੱਖ ਨੂੰ ਸੱਦ ਕੇ ਵੀ ਦੇਖੀਏ ਕਿੰਨੀ ਦੂਰ ਅਸੀਂ ਖੜੇ ਰਹਿ ਸਕਦੇ ਹਾਂ। ਧਿਆਨ ਰਹੇ, ਦੁੱਖ ਨੂੰ ਸੱਦਣਾ ਇੱਕ ਬਹੁਤ ਮਹੱਤਵਪੂਰਨ ਪ੍ਰਯੋਗ ਹੈ, ਕਿਉਂਕਿ ਸੁੱਖ ਨੂੰ ਸਾਰੇ ਬੁਲਾਉਣਾ ਚਾਹੁੰਦੇ ਆ, ਦੁੱਖ ਨੂੰ ਕੋਈ ਵੀ ਸੱਦਣਾ ਨਹੀਂ ਚਾਹੁੰਦਾ। ਤੇ ਮਜ਼ੇ ਦੀ ਗੱਲ ਇਹ ਹੈ ਕਿ ਜਿਸ ਦੁੱਖ ਨੂੰ ਅਸੀਂ ਨਹੀਂ ਬੁਲਾਉਣਾ ਚਾਹੁੰਦੇ ਉਹ ਆਉਂਦਾ ਹੈ ਤੇ ਜਿਸ ਦੁੱਖ ਨੂੰ ਅਸੀਂ ਬੁਲਾਉਂਦੇ ਹਾਂ ਉਹ ਆ ਹੀ ਨਹੀਂ ਪਾਉਂਦਾ। ਆ ਵੀ ਜਾਂਦਾ ਹੈ ਤਾਂ ਦੁਆਰ ਦੇ ਬਾਹਰ ਖੜਾ ਰਹਿ ਜਾਂਦਾ ਹੈ। ਜਿਸ ਸੁੱਖ ਨੂੰ ਅਸੀਂ ਬੁਲਾਉਂਦੇ ਹਾਂ ਉਹ ਕਦੇ ਨਹੀਂ ਆਉਂਦਾ, ਜਿਸ ਸੁੱਖ ਨੂੰ ਅਸੀਂ ਨਹੀਂ ਬੁਲਾਉਂਦੇ ਉਹ ਆ ਜਾਂਦਾ ਹੈ। ਤਾਂ ਦੁੱਖ ਨੂੰ ਜਦ ਬੁਲਾਉਣ ਦੀ ਸਮਰੱਥਾ ਕੋਈ ਹਾਸਲ ਕਰ ਲੈਂਦਾ ਹੈ ਤਦ ਉਹਦਾ ਮਤਲਬ ਇਹ ਹੈ ਕਿ ਉਹ ਇੰਨਾ ਸੁਖੀ ਹੋ ਗਿਆ ਕਿ ਹੁਣ ਦੁੱਖ ਬੁਲਾ ਸਕਦਾ ਹੈ। ਉਹ ਇੰਨੇ ਆਨੰਦ 'ਚ ਜੀ ਰਿਹਾ ਹੈ, ਹੁਣ ਦੁੱਖ ਨੂੰ ਬੁਲਾਉਣ 'ਚ ਕੋਈ ਕਠਿਨਾਈ ਨਹੀਂ। ਹੁਣ ਦੁੱਖਾਂ ਨੂੰ ਕਿਹਾ ਜਾ ਸਕਦਾ ਹੈ ਆਓ ਤੇ ਠਹਿਰ ਜਾਓ। ਪਰ ਉਹ ਡੂੰਘੇ ਪ੍ਰਯੋਗ ਦੀ ਗੱਲ ਹੈ। ਉਸ ਤੋਂ ਪਹਿਲਾਂ ਤਾਂ ਜੋ ਦੁੱਖ ਆ ਰਹੇ ਹਨ ਉਹਨਾਂ ਵਿੱਚ ਹੀ ਜਾਗਣ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਤੇ ਜੇਕਰ ਦੁੱਖਾਂ ਦੇ ਪ੍ਰਤੀ ਅਸੀਂ ਜਾਗਦੇ ਚਲੇ ਜਾਈਏ ਤਾਂ ਉਹ ਸਮਰੱਥਾ ਆ ਜਾਏਗੀ ਮੌਤ ਦੇ ਛਿਨ ਤੱਕ ਕਿ ਅਸੀਂ ਮੌਤ ਵਿੱਚ ਵੀ ਜਾਗ ਸਕਾਂਗੇ ਤੇ ਕੁਦਰਤ ਵੀ ਸਾਨੂੰ ਛੋਟ ਦੇ ਦੇਗੀ ਕਿ ਜਾਗੇ ਰਹੋ, ਕਿਉਂਕਿ ਕੁਦਰਤ ਨੇ ਵੀ ਅਨੁਭਵ ਕਰ ਲਿਆ ਹੈ ਕਿ ਇਹ ਵਿਅਕਤੀ ਦੁੱਖਾਂ 'ਚ ਜਾਗ ਸਕਦਾ ਹੈ ਤਾਂ ਹੁਣ ਮੌਤ ਵਿੱਚ ਵੀ ਜਾਗ ਸਕਦਾ ਹੈ। ਹੁਣੇ ਇੱਕ ਬੰਦਾ ਮਰਿਆ, ਪੀਡੀ ਆਸਪੈਂਸਕੀ। ਉਹ ਰੂਸ ਦਾ ਬਹੁਤ ਵੱਡਾ ਗਣਿਤ ਮਾਹਿਰ ਸੀ ਤੇ ਮੌਤ ਦੇ ਸੰਬੰਧ 'ਚ ਇਸ ਸਦੀ ਦਾ ਸਭ ਤੋਂ ਵੱਧ ਪ੍ਰਯੋਗ ਉਸੇ ਆਦਮੀ ਨੇ ਕੀਤੇ। ਮਰਨ ਦੇ ਸਮੇਂ ਜਦਕਿ ਉਹ ਪੂਰੀ ਤਰ੍ਹਾਂ ਬਿਮਾਰ ਹੈ ਤੇ ਡਾਕਟਰਾਂ ਨੇ ਕਿਹਾ ਹੈ ਕਿ ਉਹ ਬਿਸਤਰੇ ਤੋਂ ਨਾ ਉੱਠੇ ਤਾਂ 3 ਮਹੀਨੇ ਤੱਕ ਇੰਨੀ ਮਿਹਨਤ ਉਹਨੇ ਕੀਤੀ ਜੋ ਕਿ ਕਲਪਨਾ ਤੋਂ ਬਾਹਰ ਹੈ। ਰਾਤ ਭਰ ਸੌਂਦਾ ਨਹੀਂ ਹੈ, ਸਫ਼ਰ ਕਰਦਾ ਹੈ, ਚੱਲਦਾ ਰਹਿੰਦਾ ਹੈ, ਦੌੜਦਾ ਰਹਿੰਦਾ ਹੈ, ਭੱਜਦਾ ਰਹਿੰਦਾ ਹੈ ਤੇ ਡਾਕਟਰ ਹੈਰਾਨ ਹਨ। ਉਹ ਕਹਿੰਦੇ ਹਨ ਉਹਨੂੰ ਪੂਰਾ ਆਰਾਮ ਕਰਨਾ ਚਾਹੀਦਾ ਹੈ। ਉਹਨੇ ਆਪਣੇ ਸਾਰੇ ਨਜ਼ਦੀਕੀ ਮਿੱਤਰਾਂ ਨੂੰ ਬੁਲਾ ਲਿਆ, ਉਹਨੇ ਸਭ ਗੱਲਬਾਤ ਬੰਦ ਕਰ ਦਿੱਤੀ, ਪਰ ਉਹ ਮਿਹਨਤ ਵਿੱਚ ਲੱਗਿਆ ਹੋਇਆ ਹੈ। ਅਤੇ ਜੋ ਮਿੱਤਰ ਉਹਦੇ ਨਾਲ ਮਰਦੇ ਸਮੇਂ 3 ਮਹੀਨੇ ਰਹੇ ਹਨ ਉਹਨਾਂ ਦਾ ਕਹਿਣਾ ਇਹ ਹੈ ਕਿ ਅਸੀਂ ਆਪਣੀਆਂ ਅੱਖਾਂ ਦੇ ਸਾਹਮਣੇ ਪਹਿਲੀ ਵਾਰ ਮੌਤ ਨੂੰ ਜਾਗੇ ਹੋਏ ਕਿਸੇ ਆਦਮੀ ਨੂੰ ਲੈਂਦੇ ਹੋਏ ਦੇਖਿਆ। ਤੇ ਜਦ ਉਹਨੂੰ ਉਹਨਾਂ ਨੇ ਕਿਹਾ ਕਿ ਡਾਕਟਰ ਕਹਿੰਦੇ ਹਨ ਆਰਾਮ ਕਰੋ, ਤੂੰ ਆਰਾਮ ਕਿਉਂ ਨਹੀਂ ਕਰ ਰਿਹਾ, ਤਾਂ ਉਹਨੇ ਕਿਹਾ ਕਿ ਮੈਂ ਸਾਰੇ ਦੁੱਖ ਦੇਖ ਲੈਣਾ ਚਾਹੁੰਦਾ, ਕਿਤੇ ਅਜਿਹਾ ਨਾ ਹੋ ਜਾਏ ਕਿ ਮਰਨ ਸਮੇਂ ਸੁੱਖ ਇੰਨਾ ਵੱਡਾ ਹੋਵੇ ਕਿ ਮੈਂ ਸੌਂ ਜਾਵਾਂ, ਬੇਹੋਸ਼ ਹੋ ਜਾਵਾਂ। ਤਾਂ ਮੈਂ ਉਸ ਤੋਂ ਪਹਿਲਾਂ ਉਹ ਸਾਰੇ ਦੁੱਖ ਦੇਖ ਲੈਣਾ ਚਾਹੁੰਦਾ ਜੋ ਕਿ ਉਹ ਸਮਰੱਥਾ ਪੈਦਾ ਕਰ ਦੇਣ, ਉਹ ਸਟੈਮਿਨਾ ਦੇ ਦੇਣ, ਉਹ ਊਰਜਾ ਦੇ ਦੇਣ ਕਿ ਮੌਤ ਦੇ ਸਮੇਂ ਮੈਂ ਹੋਸ਼ 'ਚ ਮਰ ਸਕਾਂ। ਤਾਂ ਸਭ ਤਰ੍ਹਾਂ ਦੇ ਦੁੱਖ ਉਹਨੇ 3 ਮਹੀਨੇ ਤੱਕ ਝੱਲਣ ਦੀ ਕੋਸ਼ਿਸ਼ ਕੀਤੀ। ਉਹਦੇ ਮਿੱਤਰਾਂ ਨੇ ਲਿਖਿਆ ਕਿ ਅਸੀਂ ਜੋ ਪੂਰੇ ਤੰਦਰੁਸਤ ਸੀ ਅਸੀਂ ਉਹਦੇ ਨਾਲ ਥੱਕ ਜਾਂਦੇ ਸੀ, ਪਰ ਉਹਨੂੰ ਅਸੀਂ ਥੱਕਦਿਆਂ ਨਹੀਂ ਦੇਖਿਆ। ਤੇ ਡਾਕਟਰ ਕਹਿ ਰਹੇ ਹਨ ਕਿ ਉਹਨੂੰ ਮੁਕੰਮਲ ਆਰਾਮ ਕਰਨਾ ਚਾਹੀਦਾ ਹੈ, ਨਹੀਂ ਤਾਂ ਬਹੁਤ ਨੁਕਸਾਨ ਹੋ ਜਾਏਗਾ। ਜਿਸ ਰਾਤ ਉਹ ਮਰਿਆ ਪੂਰੀ ਰਾਤ ਟਹਿਲਦਾ ਰਿਹਾ, ਇੱਕ ਪੈਰ ਚੁੱਕਣ ਦੀ ਉਹਦੀ ਤਾਕਤ ਨਹੀਂ ਹੈ। ਡਾਕਟਰ ਉਹਦੀ ਜਾਂਚ ਕਰਕੇ ਕਹਿੰਦੇ ਹਨ ਕਿ ਇੱਕ ਪੈਰ ਚੁੱਕਣ ਦੀ ਤਾਕਤ ਉਸ 'ਚ ਨਹੀਂ ਹੈ, ਪਰ ਉਹ ਰਾਤ ਭਰ ਚੱਲਦਾ ਰਿਹਾ। ਉਹ ਕਹਿੰਦਾ ਹੈ ਕਿ ਮੈਂ ਚਲਦੇ ਚਲਦੇ ਮਰਨਾ ਚਾਹੁੰਦਾ, ਕਿਤੇ ਬੈਠਾ ਹੋਇਆ ਮਰਾਂ, ਬੇਹੋਸ਼ ਨਾ ਹੋ ਜਾਵਾਂ, ਕਿਤੇ ਸੁੱਤਾ ਹੋਇਆ ਮਰਾਂ, ਬੇਹੋਸ਼ ਨਾ ਹੋ ਜਾਵਾਂ। ਤੇ ਚਲਦੇ ਚਲਦੇ ਉਹਨੇ ਖਬਰ ਦਿੱਤੀ ਹੈ ਆਪਣੇ ਮਿੱਤਰਾਂ ਨੂੰ ਕਿ ਬਸ ਇੰਨੀ ਦੇਰ ਹੋਰ, ਇਹ 10 ਕਦਮ ਮੈਂ ਹੋਰ ਚੁੱਕ ਸਕਾਂਗਾ, ਬਸ ਡੁੱਬਿਆ ਜਾ ਰਿਹਾ ਸਭ, ਪਰ ਆਖਰੀ ਕਦਮ ਵੀ ਮੈਂ ਚੁੱਕਾਂਗਾ ਕਿਉਂਕਿ ਮੈਂ ਆਖਰੀ ਛਿਨ ਤੱਕ ਕੁਝ ਕਰਦੇ ਹੀ ਰਹਿਣਾ ਚਾਹੁੰਦਾ ਤਾਂ ਜੋ ਮੈਂ ਪੂਰਾ ਜਾਗਿਆ ਰਹਾਂ, ਅਜਿਹਾ ਨਾ ਹੋਵੇ ਕਿ ਮੈਂ ਆਰਾਮ ਨਾਲ ਸੌਂ ਜਾਵਾਂ। ਉਹ ਆਖਰੀ ਕਦਮ ਚੱਲਦੇ ਹੋਏ ਮਰਿਆ। ਘੱਟ ਹੀ ਲੋਕ ਚੱਲਦੇ ਹੋਏ ਮਰੇ ਹਨ ਧਰਤੀ ਉੱਤੇ। ਉਹ ਚੱਲਦਾ ਹੋਇਆ ਹੀ ਡਿੱਗਿਆ, ਯਾਨੀ ਉਹ ਡਿੱਗਿਆ ਹੀ ਤਦ ਹੈ ਜਦ ਮੌਤ ਆ ਗਈ। ਤੇ ਆਖਰੀ ਕਦਮ ਤੋਂ ਪਹਿਲਾਂ ਉਹਨੇ ਕਿਹਾ ਕਿ ਬਸ ਹੁਣ ਇਹ ਆਖਰੀ ਕਦਮ ਹੈ,
ਹੁਣ ਮੈਂ ਡਿੱਗ ਪਵਾਂਗਾ, ਪਰ ਮੈਂ ਤੁਹਾਨੂੰ ਕਹਿ ਕੇ ਜਾਂਦਾ ਕਿ ਸਰੀਰ ਛੁੱਟ ਗਿਆ ਹੈ ਬਹੁਤ ਪਹਿਲਾਂ। ਹੁਣ ਤੁਸੀਂ ਦੇਖੋਗੇ ਸਰੀਰ ਛੁੱਟ ਰਿਹਾ ਹੈ, ਪਰ ਮੈਂ ਬਹੁਤ ਦੂਰ ਤੋਂ ਦੇਖ ਰਿਹਾ। ਸਰੀਰ ਛੁੱਟ ਗਿਆ ਹੈ, ਮੈਂ ਹਾਂ, ਸੰਬੰਧ ਟੁੱਟ ਗਏ ਹਨ, ਮੈਂ ਅੰਦਰ ਹਾਂ। ਇਸ ਲਈ ਹੁਣ ਸਰੀਰ ਹੀ ਡਿੱਗੇਗਾ, ਮੇਰੇ ਡਿੱਗਣ ਦਾ ਕੋਈ ਉਪਾਅ ਨਹੀਂ ਹੈ। ਤੇ ਮਰਦੇ ਛਿੰਚ ਦੀਆਂ ਅੱਖਾਂ 'ਚ ਜੋ ਚਮਕ, ਉਸ ਵਿੱਚ ਜੋ ਸ਼ਾਂਤੀ, ਉਸ 'ਚ ਜੋ ਆਨੰਦ, ਉਸ ਵਿੱਚ ਜੋ ਦੂਸਰੀ ਦੁਨੀਆ ਦੇ ਦੁਆਰ ਤੇ ਖੜੇ ਹੋ ਜਾਣ ਦਾ ਪ੍ਰਕਾਸ਼ ਹੈ, ਉਹਦੇ ਮਿੱਤਰਾਂ ਨੇ ਅਨੁਭਵ ਕੀਤਾ। ਪਰ ਇਹਦੀ ਤਿਆਰੀ ਕਰਨੀ ਪਏਗੀ, ਇਹਦੀ ਲਗਾਤਾਰ ਤਿਆਰੀ ਕਰਨੀ ਪਏਗੀ। ਤੇ ਜੇਕਰ ਇਹ ਤਿਆਰੀ ਪੂਰੀ ਹੋ ਜਾਂਦੀ ਹੈ ਤਾਂ ਮੌਤ ਦੀ ਘਟਨਾ ਅਨੋਖੀ ਘਟਨਾ ਹੈ। ਉਸ ਨਾਲੋਂ ਕੀਮਤੀ ਕੋਈ ਘਟਨਾ ਨਹੀਂ ਹੈ, ਕਿਉਂਕਿ ਉਸ ਵਿੱਚ ਜੋ ਅਸੀਂ ਜਾਣ ਸਕਦੇ ਹਾਂ ਉਹ ਅਸੀਂ ਹੋਰ ਕਦੇ ਨਹੀਂ ਜਾਣ ਸਕਦੇ। ਤਦ ਮੌਤ ਦੋਸਤ ਜਾਪਣ ਲੱਗਦੀ ਹੈ, ਕਿਉਂਕਿ ਮੌਤ ਦੀ ਘਟਨਾ ਵਿੱਚ ਹੀ ਅਸੀਂ ਜੀਵਨ ਦਾ, ਉਸ ਦਾ ਅਨੁਭਵ ਹੋ ਸਕਦਾ ਹੈ। ਉਸ ਤੋਂ ਪਹਿਲਾਂ ਅਨੁਭਵ ਨਹੀਂ ਹੋ ਸਕਦਾ। ਧਿਆਨ ਰਹੇ, ਜਿੰਨੀ ਹਨੇਰੀ ਰਾਤ ਹੋਵੇ, ਤਾਰੇ ਉਨੇ ਹੀ ਚਮਕਦੇ ਦਿਖਾਈ ਪੈਂਦੇ ਹਨ। ਜਿੰਨੇ ਕਾਲੇ ਬੱਦਲ ਹੋਣ, ਬਿਜਲੀ ਦੀ ਚਮਕ ਚਾਂਦੀ ਬਣ ਜਾਂਦੀ ਹੈ। ਜਦ ਮੌਤ ਪੂਰੀ ਤਰ੍ਹਾਂ ਚਾਰੇ ਪਾਸੇ ਖੜੀ ਹੋ ਜਾਂਦੀ ਹੈ, ਤਦ ਉਹ ਜੀਵਨ ਦਾ ਜੋ ਬਿੰਦੂ ਹੈ ਉਹ ਪੂਰੀ ਚਮਕ ਵਿੱਚ ਪ੍ਰਗਟ ਹੁੰਦਾ ਹੈ। ਉਸ ਤੋਂ ਪਹਿਲਾਂ ਕਦੇ ਪ੍ਰਗਟ ਨਹੀਂ ਹੁੰਦਾ। ਮੌਤ ਹਨੇਰਾ ਬਣ ਜਾਂਦੀ ਹੈ। ਚਾਰੇ ਪਾਸੇ ਤੇ ਵਿਚਾਲੇ ਇਹ ਜੋ ਜੀਵਨ ਦਾ ਬਿੰਦੂ ਹੈ, ਜਿਹਨੂੰ ਅਸੀਂ ਆਤਮਾ ਕਹੀਏ, ਉਹ ਪੂਰੇ ਪ੍ਰਕਾਸ਼ 'ਚ ਚਮਕ ਉੱਠਦਾ ਹੈ। ਚਾਰੇ ਪਾਸੇ ਘਿਰਿਆ ਹਨੇਰਾ ਇਹਨੂੰ ਚਮਕਾਉਣ ਦਾ ਕੰਮ ਕਰਦਾ ਹੈ। ਪਰ ਅਸੀਂ ਉਸ ਵੇਲੇ ਬੇਹੋਸ਼ ਹੋ ਜਾਂਦੇ ਹਾਂ। ਆਤਮਾ ਨੂੰ ਜਾਣਨ ਦਾ ਜੋ ਛਿਨ ਸੀ ਮੌਤ, ਉਸ ਵੇਲੇ ਅਸੀਂ ਬੇਹੋਸ਼ ਹੋ ਜਾਂਦੇ ਹਾਂ। ਇਹਦੀ ਤਿਆਰੀ ਕਰਨੀ ਪਏਗੀ। ਧਿਆਨ ਇਹਦੀ ਤਿਆਰੀ ਹੈ। ਧਿਆਨ ਹੌਲੀ ਹੌਲੀ ਕਿਵੇਂ ਮਰਿਆ ਜਾਂਦਾ ਹੈ, ਸਵੈ ਇੱਛਾ ਨਾਲ, ਉਹਦਾ ਪ੍ਰਯੋਗ ਹੈ। ਕਿਵੇਂ ਅਸੀਂ ਅੰਦਰ ਖਿਸਕਦੇ ਹਾਂ, ਕਿਵੇਂ ਅਸੀਂ ਸਰੀਰ ਨੂੰ ਛੱਡਦੇ ਚਲੇ ਜਾਂਦੇ ਹਾਂ, ਉਹਦਾ ਪ੍ਰਯੋਗ ਹੈ। ਧਿਆਨ ਦੀ ਤਿਆਰੀ ਚੱਲੇ ਤੇ ਚਲਦੀ ਰਹੇ ਤਾਂ ਮੌਤ ਦੇ ਛਿਨ ਵਿੱਚ ਪੂਰਨ ਧਿਆਨ ਉਪਲਬਧ ਹੋ ਜਾਏਗਾ। ਤੇ ਇਹ ਜੋ ਮੌਤ ਹੋਏਗੀ ਜਾਗਦੇ ਹੋਇਆਂ, ਅਜਿਹੇ ਵਿਅਕਤੀ ਦੀ ਆਤਮਾ ਫਿਰ ਜਾਗੀ ਹੋਈ ਹੀ ਜਨਮ ਲੈਂਦੀ ਹੈ। ਤਦ ਉਹਦਾ ਪਹਿਲਾ ਦਿਨ ਜਨਮ ਦੇ ਬਾਅਦ ਦਾ ਅਗਿਆਨ ਦਾ ਨਹੀਂ ਹੁੰਦਾ, ਤਦ ਗਿਆਨ ਦਾ ਹੀ ਹੁੰਦਾ ਹੈ। ਤਦ ਹਰ ਪਲ ਗਰਭ ਵਿੱਚ ਵੀ ਇਹ ਪੂਰੇ ਹੋਸ਼ ਨਾਲ ਭਰਿਆ ਹੋਇਆ। ਤੇ ਇੱਕ ਵਾਰ ਜੋ ਜਾਗ ਕੇ ਮਰਿਆ, ਉਹਦਾ ਫਿਰ ਇੱਕ ਹੀ ਜਨਮ ਹੋ ਸਕਦਾ ਹੈ। ਉਹਦੇ ਫਿਰ ਜ਼ਿਆਦਾ ਜਨਮ ਨਹੀਂ ਹੋ ਸਕਦੇ। ਜਾਗ ਕੇ ਮਰੇ ਹੋਏ ਵਿਅਕਤੀ ਦਾ ਇੱਕ ਹੀ ਜਨਮ ਹੋਰ ਹੁੰਦਾ ਹੈ। ਫਿਰ ਦੁਬਾਰਾ ਕੋਈ ਜਨਮ ਨਹੀਂ ਹੋ ਸਕਦਾ, ਕਿਉਂਕਿ ਜਿਹਨੂੰ ਇੰਨਾ ਅਨੁਭਵ ਹੋ ਗਿਆ ਕਿ ਮੌਤ ਕੀ ਹੈ, ਜਨਮ ਕੀ ਹੈ, ਜੀਵਨ ਕੀ ਹੈ, ਉਹਦੇ ਲਈ ਪਰਮ ਮੁਕਤੀ ਉਪਲਬਧ ਹੋ ਜਾਂਦੀ ਹੈ। ਇਹ ਜੋ ਇੱਕ ਜਨਮ ਹੈ ਜਾਗੇ ਹੋਏ ਵਿਅਕਤੀ ਦਾ, ਅਜਿਹੇ ਹੀ ਵਿਅਕਤੀਆਂ ਨੂੰ ਅਸੀਂ ਅਵਤਾਰ, ਤੀਰਥੰਕਰ, ਬੁੱਧ, ਜੀਸਸ, ਕ੍ਰਿਸ਼ਨ ਕਹਿੰਦੇ ਰਹੇ ਹਾਂ। ਅਜਿਹੇ ਲੋਕਾਂ ਨੂੰ ਅਸੀਂ ਆਦਮੀ ਤੋਂ ਵੱਖ ਗਿਣਦੇ ਰਹੇ ਹਾਂ। ਉਹਦਾ ਕੋਈ ਹੋਰ ਕਾਰਨ ਨਹੀਂ ਹੈ। ਉਹਦਾ ਕੁੱਲ ਇੰਨਾ ਹੀ ਕਾਰਨ ਹੈ ਕਿ ਉਹ ਯਕੀਨਨ ਸਾਡੇ ਨਾਲੋਂ ਬਹੁਤ ਵੱਖਰੇ ਹਨ। ਫਰਕ ਇੰਨਾ ਹੀ ਹੈ ਕਿ ਅਸੀਂ ਸੁੱਤੇ ਹੋਏ ਹਾਂ, ਉਹ ਜਾਗੇ ਹੋਏ ਹੈ। ਇਹ ਉਹਨਾਂ ਦੀ ਅੰਤਿਮ ਯਾਤਰਾ ਹੈ ਇਸ ਪ੍ਰਿਥਵੀ ਉੱਤੇ। ਇਸ ਲਈ ਕੁਝ ਉਹਨਾਂ ਵਿੱਚੋਂ ਹੈ ਜੋ ਸਾਡੇ 'ਚ ਨਹੀਂ ਹੈ, ਕੁਝ ਉਹਨਾਂ ਵਿੱਚ ਹੈ ਜੋ ਸਾਡੇ ਤੱਕ ਪਹੁੰਚਾਉਣ ਦੀ ਉਹ ਅਣਥੱਕ ਕੋਸ਼ਿਸ਼ ਕਰਦੇ ਰਹਿਣਗੇ। ਫਰਕ ਉਹਨਾਂ ਵਿੱਚ ਤੇ ਸਾਡੇ 'ਚ ਇੰਨਾ ਹੀ ਹੈ ਕਿ ਉਹਨਾਂ ਦਾ ਇਹ ਜਨਮ ਤੇ ਪਿਛਲੀ ਮੌਤ ਜਾਗਰਤ ਹੋਈ ਹੈ, ਇਸ ਲਈ ਇਹ ਪੂਰਾ ਜੀਵਨ ਜਾਗਿਆ ਹੋਇਆ। ਤਿੱਬਤ ਵਿੱਚ ਬਾਰਦੋ ਨਾਂ ਦਾ ਇੱਕ ਛੋਟਾ ਜਿਹਾ ਧਿਆਨ ਦਾ ਪ੍ਰਯੋਗ ਹੈ, ਕੀਮਤੀ ਪ੍ਰਯੋਗ ਹੈ। ਉਹ ਮਰਦੇ ਛਿਨੀ ਕਰਵਾਇਆ ਜਾਂਦਾ ਹੈ। ਜਦ ਕੋਈ ਮਰ ਰਿਹਾ ਹੁੰਦਾ ਹੈ, ਚਾਰੇ ਪਾਸੇ ਜੋ ਜਾਣਦੇ ਹਨ ਇਕੱਠੇ ਹੋ ਕੇ ਬਾਰਦੋ ਕਰਵਾਉਂਦੇ ਹਨ। ਪਰ ਬਾਰਦੋ ਵੀ ਉਹਨੂੰ ਹੀ ਕਰਵਾਇਆ ਜਾਂਦਾ ਹੈ, ਉਹਨੂੰ ਹੀ ਕਰਵਾਇਆ ਜਾ ਸਕਦਾ ਜਿਹਨੇ ਜ਼ਿੰਦਗੀ 'ਚ ਧਿਆਨ ਕੀਤਾ ਹੋਵੇ। ਜਿਹਨੇ ਧਿਆਨ ਨਾ ਕੀਤਾ ਹੋਵੇ ਉਹਨੂੰ ਬਾਰਦੋ ਨਹੀਂ ਕਰਵਾਇਆ ਜਾ ਸਕਦਾ। ਜਿਵੇਂ ਹੀ ਕੋਈ ਵਿਅਕਤੀ ਮਰਦਾ ਹੈ ਤਾਂ ਬਾਰਦੋ ਦੇ ਪ੍ਰਯੋਗ 'ਚ ਉਹਨੂੰ ਪੂਰਾ ਜਾਗਣ ਦੇ ਲਈ ਬਾਹਰ ਤੋਂ ਸੂਚਨਾਵਾਂ ਦਿੱਤੀਆਂ ਜਾਂਦੀਆਂ ਹਨ ਕਿ ਉਹ ਜਾਗਿਆ ਰਹੇ। ਉਹਨੂੰ ਇਹ ਸਭ ਦੱਸਿਆ ਜਾਂਦਾ ਹੈ ਕਿ ਹੁਣ ਕੀ ਹੋਏਗਾ, ਉਹ ਦੇਖਦਾ ਰਹੇ, ਕਿਉਂਕਿ ਬਹੁਤ ਵਾਰ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਕਿ ਜਿਨ੍ਹਾਂ ਨੂੰ ਉਹ ਸਮਝ ਹੀ ਨਹੀਂ ਸਕਦਾ। ਨਵੀਆਂ ਘਟਨਾਵਾਂ ਨੂੰ ਇੱਕਦਮ ਹੀ ਸਮਝਿਆ ਵੀ ਨਹੀਂ ਜਾ ਸਕਦਾ। ਮਰਨ ਤੋਂ ਬਾਅਦ ਜੇਕਰ ਕੋਈ ਆਦਮੀ ਜਾਗਿਆ ਰਹੇ ਤਾਂ ਪਹਿਲਾਂ ਤਾਂ ਬਹੁਤ ਦੇਰ ਤੱਕ ਉਹਨੂੰ ਪਤਾ ਹੀ ਨਹੀਂ ਲੱਗੇਗਾ ਕਿ ਮੈਂ ਮਰ ਗਿਆ। ਉਹਨੂੰ ਪਤਾ ਹੀ ਤਦ ਲੱਗੇਗਾ ਜਦ ਲੋਕ ਉਹਦੀ ਲਾਸ਼ ਚੁੱਕਣ ਲੱਗਣਗੇ ਤੇ ਉਹਨੂੰ ਮੜੀਆਂ ਵਿੱਚ ਸਾੜਨ ਲੱਗਣਗੇ, ਤਦ ਉਹਨੂੰ ਪੱਕਾ ਪਤਾ ਲੱਗੇਗਾ ਮੈਂ ਮਰ ਗਿਆ। ਕਿਉਂਕਿ ਅੰਦਰ ਤਾਂ ਕੁਝ ਮਰਦਾ ਹੀ ਨਹੀਂ, ਸਿਰਫ ਇੱਕ ਫਾਸਲਾ ਹੋ ਜਾਂਦਾ ਹੈ। ਪਰ ਫਾਸਲੇ ਦਾ ਜ਼ਿੰਦਗੀ 'ਚ ਕਦੇ ਅਨੁਭਵ ਨਹੀਂ ਕੀਤਾ। ਉਹ ਅਨੁਭਵ ਇੰਨਾ ਨਵਾਂ ਹੈ ਕਿ ਉਹਨੂੰ ਸਮਝਣ ਦੀ ਕੋਈ ਪੁਰਾਣੀ ਪਰਿਭਾਸ਼ਾ ਨਹੀਂ ਹੈ ਉਹਦੇ ਕੋਲ।
ਤਾਂ ਉਹਨੂੰ ਸਿਰਫ ਇੰਨਾ ਹੀ ਲੱਗਦਾ ਹੈ ਕਿ ਕੁਝ ਵੱਖਰਾ ਵੱਖਰਾ ਹੋ ਗਿਆ ਹੈ, ਪਰ ਕੁਝ ਮਰ ਗਿਆ ਹੈ। ਇਹ ਉਹਦੀ ਸਮਝ 'ਚ ਤਦੇ ਆਉਂਦਾ ਹੈ ਜਦ ਚਾਰੇ ਪਾਸੇ ਲੋਕ ਰੋਣ ਪਿੱਟਣ ਲੱਗਦੇ ਹਨ ਤੇ ਉਹਦੀ ਲਾਸ਼ ਦੇ ਆਸੇ-ਪਾਸੇ ਡਿੱਗਣ ਲੱਗਦੇ ਹਨ। ਲਾਸ਼ ਨੂੰ ਛੇਤੀ ਮੜੀਆਂ 'ਚ ਪੁਜਾ ਦੇਣ ਦਾ ਕਾਰਨ ਹੈ ਲਾਸ਼ ਨੂੰ ਜਿੰਨੀ ਛੇਤੀ ਹੋ ਸਕੇ ਦਫਨਾ ਦੇਣ ਦਾ, ਸਾੜ ਦੇਣ ਦਾ ਕਾਰਨ ਹੈ। ਉਨੀ ਛੇਤੀ ਉਸ ਆਤਮਾ ਨੂੰ ਪੱਕਾ ਪਤਾ ਲੱਗ ਜਾਏ ਕਿ ਸਰੀਰ ਗਿਆ, ਸੜ ਗਿਆ। ਪਰ ਜੇਕਰ ਬੰਦਾ ਮੂਰਛਤ ਹੈ ਤਾਂ ਇਹ ਵੀ ਉਹਨੂੰ ਪਤਾ ਨਹੀਂ ਲੱਗ ਪਾਉਂਦਾ। ਇਹ ਵੀ ਹੋਸ਼ 'ਚ ਜਾਵੇ ਤਦ ਹੀ ਪਤਾ ਲੱਗ ਪਾਉਂਦਾ ਹੈ। ਆਪਣੇ ਸਰੀਰ ਨੂੰ ਸੜਦਾ ਹੋਇਆ ਦੇਖਣਾ। ਇਹਦੇ ਲਈ ਬਾਰਦੋ ਵਿੱਚ ਉਹ ਸੁਝਾਅ ਦਿੰਦੇ ਹਨ ਕਿ ਆਪਣੇ ਸਰੀਰ ਨੂੰ ਠੀਕ ਤਰ੍ਹਾਂ ਸੜਦੇ ਹੋਏ ਦੇਖ ਲੈਣਾ, ਭੱਜ ਨਾ ਜਾਣਾ, ਛੇਤੀ ਹਟ ਨਾ ਜਾਣਾ, ਮੜੀਆਂ 'ਚ ਹੋਰ ਲੋਕ ਹੀ ਤੈਨੂੰ ਪੁਜਾਣ ਨਾ ਜਾਣ। ਤੂੰ ਵੀ ਉੱਥੇ ਮੌਜੂਦ ਰਹੀਂ, ਆਪਣੇ ਸਰੀਰ ਨੂੰ ਠੀਕ ਤਰ੍ਹਾਂ ਸੜਦਾ ਹੋਇਆ ਦੇਖ ਲਈ ਤਾਂ ਜੋ ਅਗਲੀ ਵਾਰੀ ਸਰੀਰ ਦਾ ਮੋਹ ਫੜੇ ਨਾ। ਪਰ ਦੂਜੇ ਲੋਕ ਤਾਂ ਦੇਖ ਹੀ ਲੈਣਗੇ ਸੜਦੇ ਹੋਏ ਨੂੰ, ਉਹ ਬੰਦਾ ਨਹੀਂ ਦੇਖ ਪਾਏਗਾ। ਆਮ ਤੌਰ ਤੇ 1000 ਚੋਂ 999 ਮੌਕਿਆਂ ਤੇ ਉਹ ਬੇਹੋਸ਼ ਹੁੰਦਾ ਹੈ, ਉਹਨੂੰ ਪਤਾ ਹੀ ਨਹੀਂ ਹੁੰਦਾ। ਤੇ ਜੇਕਰ ਕਦੇ ਇੱਕ ਮੌਕੇ ਤੇ ਹੋਸ਼ 'ਚ ਵੀ ਹੁੰਦਾ ਹੈ ਤਾਂ ਆਪਣੇ ਸੜਦੇ ਹੋਏ ਸਰੀਰ ਨੂੰ ਦੇਖ ਕੇ ਭੱਜ ਜਾਂਦਾ ਹੈ, ਹਟ ਜਾਂਦਾ ਹੈ, ਉੱਥੋਂ ਮੜੀਆਂ 'ਚ ਪਹੁੰਚਦਾ ਹੀ ਨਹੀਂ ਜਿੱਥੇ ਸਾਰੇ ਜਾਂਦੇ ਹੈ। ਤਾਂ ਬਾਰਦੋ 'ਚ ਉਹਨੂੰ ਕਹਿੰਦੇ ਹਨ ਕਿ ਦੇਖ, ਇਸ ਮੌਕੇ ਨੂੰ ਨਾ ਛੱਡ ਦੇਈਂ, ਆਪਣੇ ਸਰੀਰ ਨੂੰ ਸੜਦਾ ਹੋਇਆ ਦੇਖੀ, ਉਹਨੂੰ ਸੜਦੇ ਹੋਏ ਦੇਖ ਹੀ ਲਵੀਂ। ਜੇ ਤੂੰ ਸਮਝਦਾ ਸੀ ਕਿ ਮੈਂ ਹਾਂ, ਉਹਨੂੰ ਮਿਟਦੇ ਹੋਏ ਪੂਰੀ ਤਰ੍ਹਾਂ ਦੇਖ ਹੀ ਲੈਣਾ, ਉਹਨੂੰ ਭਸਮ ਹੁੰਦਿਆਂ ਹੋਇਆਂ, ਰਾਖ 'ਚ ਲੋਪ ਹੁੰਦਿਆਂ ਹੋਇਆਂ ਦੇਖ ਹੀ ਲੈਣਾ, ਤਾਂ ਜੋ ਅਗਲੇ ਜਨਮ 'ਚ ਤੈਨੂੰ ਖਿਆਲ ਰਹੇ ਕਿ ਤੂੰ ਕੌਣ ਹੈ। ਜਿਵੇਂ ਹੀ ਵਿਅਕਤੀ ਮਰਦਾ ਹੈ ਉਵੇਂ ਇੱਕ ਨਵੇਂ ਲੋਕ 'ਚ ਉਹਦੇ ਕਦਮ ਪੈਂਦੇ ਹਨ ਜਿਸ ਦਾ ਸਾਨੂੰ ਕੋਈ ਅਨੁਭਵ ਨਹੀਂ ਹੁੰਦਾ। ਉਹ ਲੋਕ ਸਾਨੂੰ ਇੰਨਾ ਘਬਰਾ ਵੀ ਸਕਦਾ ਹੈ, ਡਰਾ ਵੀ ਸਕਦਾ ਹੈ, ਭੈਮਾਨ ਵੀ ਕਰ ਸਕਦਾ ਹੈ। ਉਹ ਲੋਕ ਸਾਡੇ ਕਿਸੇ ਵੀ ਅਹਿਸਾਸ ਦੇ ਪ੍ਰਤੀ ਢੁਕਵਾਂ ਅਣਢੁਕਵਾਂ ਨਹੀਂ ਹੈ, ਉਸ ਨਾਲ ਸਾਡਾ ਕੋਈ ਸੰਬੰਧ ਹੀ ਨਹੀਂ ਹੈ। ਜਿਵੇਂ ਕਿ ਅਸੀਂ ਇੱਕ ਵਿਅਕਤੀ ਨੂੰ ਬਿਲਕੁਲ ਹੀ ਅਣਜਾਣ ਦੇਸ਼ 'ਚ ਪ੍ਰਵੇਸ਼ ਕਰਵਾ ਦਈਏ, ਜਿੱਥੋਂ ਦੀ ਉਹ ਭਾਸ਼ਾ ਨਹੀਂ ਜਾਣਦਾ, ਜਿੱਥੇ ਲੋਕਾਂ ਦੇ ਚਿਹਰੇ ਨਹੀਂ ਜਾਣਦਾ, ਜਿੱਥੇ ਲੋਕਾਂ ਦੇ ਢੰਗ ਨਹੀਂ ਜਾਣਦਾ, ਤਾਂ ਜਿਵੇਂ ਘਬਰਾ ਜਾਏ। ਉਸ ਤੋਂ ਵੀ ਵੱਡੀ ਘਬਰਾਹਟ ਹੈ, ਕਿਉਂਕਿ ਭਾਵੇਂ ਕਿਹੋ ਜਿਹਾ ਵੀ ਮਨੁੱਖ ਹੋਵੇ, ਕਿਹੋ ਜਿਹੀ ਵੀ ਭਾਸ਼ਾ ਬੋਲਦਾ ਹੋਵੇ, ਕਿਹੋ ਜਿਹੇ ਵੀ ਢੰਗ ਹੋਣ ਉਹਦੇ ਜੀਣ ਦੇ, ਫਿਰ ਵੀ ਉਹ ਮਨੁੱਖ ਹੈ ਤੇ ਸਾਡੇ ਤੇ ਉਹਦੇ ਦਰਮਿਆਨ ਇੱਕ ਸੰਬੰਧ ਹੈ। ਅਸੀਂ ਜਿਸ ਦੁਨੀਆ 'ਚ ਰਹਿ ਰਹੇ ਹਾਂ ਉਹ ਸਰੀਰ ਦੀ ਦੁਨੀਆ ਹੈ। ਉਹਦੇ ਛੁੱਟਦਿਆਂ ਹੀ ਅਸਰੀਰ ਦੀ ਦੁਨੀਆ ਸ਼ੁਰੂ ਹੁੰਦੀ ਹੈ। ਅਸਰੀਰੀ ਪ੍ਰਾਣਾਂ ਦਾ ਅਨੁਭਵ ਸਾਨੂੰ ਬਿਲਕੁਲ ਨਹੀਂ ਹੈ। ਉਸ ਅਸਰੀਰ ਜੀਵਨ ਦੇ ਅਸਰੀਰੀ ਜੂਨੀ ਵਿੱਚ ਪ੍ਰਵੇਸ਼ ਕਰਦਿਆਂ ਅਸੀਂ ਇੰਨੇ ਭੈਮਾਨ ਤੇ ਡਰੇ ਹੋਏ ਹੋ ਸਕਦੇ ਹਾਂ ਜਿਹਦਾ ਕੋਈ ਹਿਸਾਬ ਨਾ ਰਹੇ। ਆਮ ਤੌਰ ਤੇ ਅਸੀਂ ਬੇਹੋਸ਼ ਹੀ ਲੰਘਦੇ ਹਾਂ, ਇਸ ਲਈ ਕੁਝ ਪਤਾ ਨਹੀਂ ਲੱਗਦਾ। ਪਰ ਹੋਸ਼ ਵਿੱਚ ਜੋ ਜਾਂਦਾ ਹੈ ਉਹ ਬਹੁਤ ਮੁਸ਼ਕਿਲ 'ਚ ਪੈ ਜਾਂਦਾ ਹੈ। ਬਾਰਦੋ ਵਿੱਚ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਕੀ ਹੋਏਗਾ, ਕਿਹੋ ਜਿਹਾ ਜਗਤ ਹੋਏਗਾ, ਕਿਹੋ ਜਿਹੀਆਂ ਸ਼ਖਸੀਅਤਾਂ ਹੋਣਗੀਆਂ, ਤੂੰ ਕਿੱਥੇ ਪ੍ਰਵੇਸ਼ ਕਰ ਗਿਆ ਹੈ। ਪਰ ਇਹ ਪ੍ਰਯੋਗ ਉਹਨਾਂ ਨੂੰ ਹੀ ਕਰਵਾਇਆ ਜਾ ਸਕਦਾ ਹੈ ਜੋ ਧਿਆਨ ਦੇ ਡੂੰਘੇ ਪ੍ਰਯੋਗ 'ਚੋਂ ਲੰਘਦੇ ਰਹੇ ਹੋਣ। ਇੱਧਰ ਮੈਂ ਲਗਾਤਾਰ ਸੋਚਦਾ ਹਾਂ ਕਿ ਜੋ ਮਿੱਤਰ ਧਿਆਨ ਦੇ ਪ੍ਰਯੋਗ 'ਚੋਂ ਲੰਘ ਰਹੇ ਹਨ ਉਹਨਾਂ ਨੂੰ ਕਿਸੇ ਨਾ ਕਿਸੇ ਰੂਪ 'ਚ ਬਾਰਦੋ ਦਾ ਪ੍ਰਯੋਗ ਕਰਵਾਇਆ ਜਾ ਸਕੇ। ਪਰ ਉਹ ਤਦ ਹੀ ਕਰਵਾਇਆ ਜਾ ਸਕਦਾ ਹੈ ਜਦੋਂ ਪਹਿਲੇ ਧਿਆਨ 'ਚ ਡੂੰਘੇ ਲੰਘ ਜਾਣ, ਨਹੀਂ ਤਾਂ ਉਹ ਸੁਣ ਵੀ ਨਾ ਸਕਣਗੇ। ਮਰਦੇ ਛਿੰਨ 'ਚ ਉਹਨਾਂ ਨੂੰ ਸੁਣਾਈ ਵੀ ਨਹੀਂ ਪਏਗਾ ਕਿ ਕੀ ਕਿਹਾ ਜਾ ਰਿਹਾ, ਉਹਨਾਂ ਨੂੰ ਕਿਹੜੀ ਗੱਲ ਦੱਸੀ ਜਾ ਰਹੀ ਹੈ ਉਹਨਾਂ ਦੇ ਖਿਆਲ 'ਚ ਨਹੀਂ ਆਏਗੀ। ਉਹਦੇ ਲਈ ਬਹੁਤ ਹੀ ਸ਼ਾਂਤ ਤੇ ਸ਼ੂਨਿਆ ਚਿੱਤ ਹੋਣਾ ਜ਼ਰੂਰੀ ਹੈ, ਤਦੇ ਉਹ ਗੱਲਾਂ ਖਿਆਲ 'ਚ ਆ ਸਕਦੀਆਂ ਹਨ। ਧਿਆਨ ਰਹੇ ਕਿ ਮੌਤ ਦੇ ਨਾਲ ਅਸੀਂ ਕੁਝ ਕਰ ਸਕਦੇ ਹਾਂ, ਜਨਮ ਦੇ ਨਾਲ ਕੁਝ ਵੀ ਨਹੀਂ ਕਰ ਸਕਦੇ। ਮੌਤ ਦੇ ਨਾਲ ਜੇ ਅਸੀਂ ਕੀਤਾ ਉਹ ਸਾਡੇ ਜਨਮ ਦੇ ਨਾਲ ਵੀ ਹੋ ਸਕਦਾ ਹੈ, ਹੋ ਹੀ ਜਾਂਦਾ ਹੈ। ਜਿਹੋ ਜਿਹੇ ਅਸੀਂ ਮਰਦੇ ਹਾਂ ਉਹੋ ਜਿਹੀ ਅਸੀਂ ਜਨਮਦੇ ਹਾਂ। ਜਾਗਿਆ ਹੋਇਆ ਵਿਅਕਤੀ ਆਪਣੇ ਗਰਭ ਦੀ ਚੋਣ ਵਿੱਚ ਵੀ ਮੁਕਤ ਹੋ ਜਾਂਦਾ ਹੈ, ਯਾਨੀ ਉਹ ਅੰਨੇ ਵਾਂਗ ਕੁਝ ਵੀ ਨਹੀਂ ਚੁਣ ਲੈਂਦਾ, ਬੇਹੋਸ਼ ਵਾਂਗ ਕੁਝ ਵੀ ਨਹੀਂ ਚੁਣ ਲੈਂਦਾ। ਜਾਗਿਆ ਹੋਇਆ ਵਿਅਕਤੀ ਆਪਣੀ ਮਾਂ ਤੇ ਪਿਤਾ ਦੀ ਉਸੇ ਤਰ੍ਹਾਂ ਚੋਣ ਕਰਦਾ ਹੈ ਜਿਵੇਂ ਕੋਈ ਅਮੀਰ ਵਿਅਕਤੀ ਆਪਣੇ ਰਹਿਣ ਦੇ ਮਕਾਨ ਦੀ ਚੋਣ ਕਰਦਾ। ਪਰ ਗਰੀਬ ਆਦਮੀ ਆਪਣੇ ਰਹਿਣ ਦੇ ਮਕਾਨ ਦੀ ਚੋਣ ਨਹੀਂ ਕਰ ਪਾਉਂਦਾ। ਚੋਣ ਕਰਨ ਦੀ ਸਮਰੱਥਾ ਚਾਹੀਦੀ ਹੈ। ਜਾਗਰਤ ਵਿਅਕਤੀ ਆਪਣੇ ਗਰਭ ਦੀ ਚੋਣ ਕਰਦਾ ਹੈ, ਉਹਦੀ ਚੁਆਇਸ ਹੈ। ਮਹਾਵੀਰ ਜਾਂ ਬੁੱਧ ਜਿਹੇ ਵਿਅਕਤੀ ਹਰ ਕਿਸੇ ਥਾਂ ਪੈਦਾ ਨਹੀਂ ਹੋ ਜਾਂਦੇ, ਉਹ ਸਾਰੀਆਂ ਸੰਭਾਵਨਾਵਾਂ ਨੂੰ ਦੇਖ ਕੇ ਹੀ ਪੈਦਾ ਹੁੰਦੇ ਹਨ। ਕਿਹੋ ਜਿਹਾ ਸਰੀਰ ਮਿਲੇਗਾ, ਕਿਸ ਮਾਂ-ਬਾਪ ਤੋਂ ਕਿਹੋ ਜਿਹੀ ਸ਼ਕਤੀ ਮਿਲੇਗੀ, ਕਿਹੋ ਜਿਹੀ ਸਮਰੱਥਾ ਮਿਲੇਗੀ, ਕਿਹੋ ਜਿਹੀ ਸਹੂਲਤ ਮਿਲੇਗੀ, ਕੀ ਮਿਲੇਗਾ, ਉਹ ਸਭ ਦੇਖ ਕੇ ਪੈਦਾ ਹੁੰਦੇ ਹਨ।
ਉਹਨਾਂ ਦੇ ਸਾਹਮਣੇ ਚੋਣ ਹੈ ਸਪਸ਼ਟ ਕਿ ਉਹ ਕਿਸ ਨੂੰ ਚੁਣਨ, ਕਿੱਥੇ ਜਾਣ। ਤੇ ਇਸ ਲਈ ਉਹਨਾਂ ਦੀ ਜ਼ਿੰਦਗੀ ਪਹਿਲੇ ਦਿਨ ਤੋਂ ਹੀ ਆਪਣੀ ਚੁਣੀ ਹੋਈ ਜ਼ਿੰਦਗੀ ਹੁੰਦੀ ਹੈ। ਆਪਣੀ ਚੁਣੀ ਹੋਈ ਜ਼ਿੰਦਗੀ ਦਾ ਆਨੰਦ ਹੀ ਵੱਖਰਾ ਹੈ, ਕਿਉਂਕਿ ਉੱਥੇ ਤੋਂ ਆਜ਼ਾਦੀ ਦੀ ਸ਼ੁਰੂਆਤ ਹੈ ਤੇ ਮਿਲੀ ਹੋਈ ਜ਼ਿੰਦਗੀ ਦਾ ਉਹ ਆਨੰਦ ਕਦੇ ਵੀ ਨਹੀਂ ਹੋ ਸਕਦਾ, ਕਿਉਂਕਿ ਉਹ ਇੱਕ ਗੁਲਾਮੀ ਹੈ। ਇਹ ਜੋ ਜਾਗਣਾ ਸੰਭਵ ਹੋ ਸਕੇ ਤਾਂ ਚੋਣ ਬਿਲਕੁਲ ਹੀ ਕੀਤੀ ਜਾ ਸਕਦੀ ਹੈ, ਤੇ ਜੇਕਰ ਜਨਮ ਦੀ ਸਾਡੀ ਚੋਣ ਹੋਵੇ ਤਾਂ ਪੂਰੀ ਜ਼ਿੰਦਗੀ ਸਾਡੀ ਚੋਣ ਹੋ ਜਾਂਦੀ ਹੈ। ਤਦ ਅਸੀਂ ਇੱਕ ਜੀਵਨ ਮੁਕਤ ਵਾਂਗ ਜੀਂਦੇ ਹਾਂ। ਜਿਸ ਵਿਅਕਤੀ ਦੀ ਮੌਤ ਜਾਗਿਆ ਹੋਇਆ ਹੁੰਦੀ ਹੈ, ਉਹਦਾ ਜਨਮ ਜਾਗਿਆ ਹੋਇਆ ਹੁੰਦਾ ਹੈ, ਫਿਰ ਉਹਦਾ ਜੀਵਨ ਮੁਕਤ ਹੁੰਦਾ ਹੈ। ਜੀਵਨ ਮੁਕਤ ਸ਼ਬਦ ਨੂੰ ਅਸੀਂ ਸੁਣਦੇ ਹਾਂ ਬਾਰ-ਬਾਰ, ਲੇਕਿਨ ਸਾਨੂੰ ਖਿਆਲ 'ਚ ਨਹੀਂ ਹੋਏਗਾ ਕਿ ਜੀਵਨ ਮੁਕਤ ਦਾ ਕੀ ਅਰਥ ਹੈ। ਜੀਵਨ ਮੁਕਤ ਦਾ ਅਰਥ ਹੈ ਜਿਸ ਦਾ ਜਨਮ ਜਾਗਿਆ ਹੋਇਆ ਹੋਵੇ, ਉਹੀ ਜੀਵਨ ਮੁਕਤ ਹੋ ਸਕਦਾ ਹੈ। ਨਹੀਂ ਤਾਂ ਮੁਕਤੀ ਦੀ ਚੇਸ਼ਟਾ ਕਰ ਸਕਦਾ ਹੈ, ਅਗਲਾ ਜੀਵਨ ਉਹਦਾ ਮੁਕਤ ਹੋ ਸਕਦਾ, ਪਰ ਇਹ ਜੀਵਨ ਮੁਕਤ ਨਹੀਂ ਹੋ ਸਕੇਗਾ। ਹੁਣ ਉਹ ਤਾਂ ਸਵਾਲ ਨਾ ਰਿਹਾ, ਇਹ ਜੀਵਨ ਸਾਡੇ ਕੋਲ ਹੈ। ਮੌਤ ਨਹੀਂ ਆਈ ਹੈ, ਆਏਗੀ, ਆਉਣੀ ਤੈਅ ਹੈ। ਮੌਤ ਤੋਂ ਵੱਧ ਤੈਅਸ਼ੁਦਾ ਕੁਝ ਵੀ ਨਹੀਂ ਹੈ। ਹਰ ਮਾਮਲੇ 'ਚ ਸ਼ੱਕ ਹੋ ਸਕਦਾ ਹੈ, ਮੌਤ ਦੇ ਸਬੰਧ 'ਚ ਕੋਈ ਵੀ ਸ਼ੱਕ ਨਹੀਂ ਹੈ। ਪਰਮਾਤਮਾ ਦੇ ਸਬੰਧ 'ਚ ਸ਼ੱਕ ਕਰਨ ਵਾਲੇ ਲੋਕ ਹਨ, ਆਤਮਾ ਦੇ ਸਬੰਧ 'ਚ ਸ਼ੱਕ ਕਰਨ ਵਾਲੇ ਲੋਕ ਹਨ, ਪਰ ਅਜਿਹਾ ਆਦਮੀ ਤੁਸੀਂ ਨਹੀਂ ਸੁਣਿਆ ਹੋਏਗਾ ਜੋ ਮੌਤ ਦੇ ਸਬੰਧ 'ਚ ਸ਼ੱਕ ਕਰਦਾ ਹੋਏ। ਉਹ ਸ਼ੱਕ ਰਹਿਤ ਹੈ, ਉਹ ਆਏਗੀ ਹੀ, ਆ ਹੀ ਰਹੀ ਹੈ, ਉਹਦਾ ਆਉਣਾ ਹੀ ਹੋ ਰਿਹਾ ਹੈ, ਹਰ ਪਲ ਨੇੜੇ ਹੁੰਦੀ ਚਲੀ ਆ ਰਹੀ ਹੈ। ਇਹ ਜੋ ਛਿੰਨ ਸਾਡੇ ਤੇ ਉਹਦੇ ਵਿਚਾਲੇ ਬਚੇ ਹਨ, ਉਹਨਾਂ ਦਾ ਅਸੀਂ ਜਾਗਣ ਲਈ ਉਪਯੋਗ ਕਰ ਸਕਦੇ ਹਾਂ। ਧਿਆਨ ਉਹਦੀ ਹੀ ਪ੍ਰਕਿਰਿਆ ਹੈ। ਇਹਨਾਂ 3 ਦਿਨਾਂ 'ਚ ਮੈਂ ਕੋਸ਼ਿਸ਼ ਕਰਾਂਗਾ ਕਿ ਤੁਹਾਨੂੰ ਸਮਝ ਆ ਜਾਏ ਕਿ ਧਿਆਨ ਉਸ ਦੀ ਹੀ ਪ੍ਰਕਿਰਿਆ ਹੈ। ਇੱਕ ਹੋਰ ਮਿੱਤਰ ਨੇ ਪੁੱਛਿਆ ਕਿ ਧਿਆਨ ਦੀ ਵਿਧੀ ਤੇ ਜਾਤ ਚੇਤੇ ਵਿੱਚ ਕੀ ਸੰਬੰਧ ਹੈ। ਜਾਤ ਚੇਤੇ ਦਾ ਅਰਥ ਹੈ ਪਿਛਲੇ ਜਨਮਾਂ ਦੇ ਚੇਤੇ ਦੀ ਵਿਧੀ, ਪਹਿਲਾਂ ਜੋ ਸਾਡਾ ਹੋਣਾ ਹੋਇਆ ਹੈ ਉਹਦੇ ਚੇਤੇ ਦੀ ਵਿਧੀ। ਧਿਆਨ ਦਾ ਇੱਕ ਰੂਪ ਹੈ ਜਾਤ ਚੇਤਾ। ਧਿਆਨ ਦਾ ਇੱਕ ਪ੍ਰਯੋਗ ਹੈ ਸਪੈਸੀਫਿਕ, ਇੱਕ ਖਾਸ ਪ੍ਰਯੋਗ ਹੈ ਧਿਆਨ ਦਾ। ਜਿਵੇਂ ਨਦੀ ਦਾ ਤੇ ਕੋਈ ਪੁੱਛੇ ਕਿ ਨਹਿਰ ਕੀ ਹੈ ਤਾਂ ਅਸੀਂ ਕਹਾਂਗੇ ਕਿ ਨਦੀ ਦਾ ਇੱਕ ਵਿਸ਼ੇਸ਼ ਪ੍ਰਯੋਗ ਹੈ ਯੋਜਨਾਬੱਧ। ਨਦੀ ਦਾ ਹੀ ਪਰ ਕੰਟਰੋਲ ਵਿੱਚ ਵਿਵਸਥਿਤ। ਨਦੀ ਹੈ ਅਣਵਿਵਸਥਿਤ, ਕੰਟਰੋਲ ਰਹਿਤ। ਨਦੀ ਵੀ ਪਹੁੰਚੇਗੀ ਕਿਤੇ, ਪਰ ਪਹੁੰਚਣ ਦੀ ਕੋਈ ਮੰਜ਼ਿਲ ਦਾ ਕੋਈ ਪੱਕਾ ਨਹੀਂ ਹੈ, ਪਰ ਨਹਿਰ ਤੈਅ ਹੈ ਕਿ ਕਿੱਥੇ ਪਹੁੰਚਣੀ ਹੈ। ਸੋ ਧਿਆਨ ਤਾਂ ਵੱਡੀ ਨਦੀ ਹੈ, ਪਹੁੰਚੇਗੀ ਸਾਗਰ ਤੱਕ, ਪਹੁੰਚ ਹੀ ਜਾਏਗੀ, ਪਰਮਾਤਮਾ ਤੱਕ ਪਹੁੰਚਾਈ ਦੇਵੇਗਾ ਧਿਆਨ। ਪਰ ਧਿਆਨ ਦੇ ਹੋਰ ਦੂਸਰੇ ਪ੍ਰਯੋਗ ਵੀ ਹਨ। ਧਿਆਨ ਦੀਆਂ ਛੋਟੀਆਂ-ਛੋਟੀਆਂ ਸ਼ਾਖਾਵਾਂ ਨੂੰ ਯੋਜਨਾਬੱਧ ਕਰਕੇ ਨਹਿਰ ਦੀ ਤਰ੍ਹਾਂ ਵੀ ਵਹਾਇਆ ਜਾ ਸਕਦਾ ਹੈ। ਜਾਤ ਚੇਤਾ ਉਹਨਾਂ 'ਚੋਂ ਇੱਕ ਹੈ। ਧਿਆਨ ਦੀ ਸ਼ਕਤੀ ਨੂੰ ਅਸੀਂ ਆਪਣੇ ਪਿਛਲੇ ਜਨਮ ਦੇ ਵੱਲ ਵੀ ਪ੍ਰਵਾਹਿਤ ਕਰ ਸਕਦੇ ਹਾਂ। ਧਿਆਨ ਦਾ ਤਾਂ ਮਤਲਬ ਹੈ ਸਿਰਫ ਅਟੈਂਸ਼ਨ। ਧਿਆਨ ਦਾ ਮਤਲਬ ਹੈ ਧਿਆਨ ਕਿਸ ਚੀਜ਼ ਉੱਤੇ ਦੇਣਾ ਹੈ। ਉਹਦੇ ਬਹੁਤ ਪ੍ਰਯੋਗ ਹੋ ਸਕਦੇ ਆ। ਉਹਦਾ ਇੱਕ ਪ੍ਰਯੋਗ ਜਾਤ ਚੇਤਾ ਹੈ ਕਿ ਮੇਰੇ ਪਿਛਲੇ ਜਨਮਾਂ ਦੀ ਯਾਦ ਕਿਤੇ ਪਈ ਹੈ। ਯਾਦਾਂ ਮਿਟਦੀਆਂ ਨਹੀਂ, ਧਿਆਨ ਰਹੇ, ਕੋਈ ਯਾਦ ਕਦੇ ਨਹੀਂ ਮਿਟਦੀ, ਸਿਰਫ ਯਾਦ ਦਬਦੀ ਹੈ ਜਾਂ ਉੱਭਰਦੀ ਹੈ। ਦੱਬੀ ਹੋਈ ਯਾਦ ਮਿਟੀ ਹੋਈ ਮਾਲੂਮ ਹੁੰਦੀ ਹੈ। ਜੇਕਰ ਮੈਂ ਤੁਹਾਨੂੰ ਪੁੱਛਾਂ 1950 ਦੀ 1 ਜਨਵਰੀ ਨੂੰ ਤੁਸੀਂ ਕੀ ਕੀਤਾ, ਤਾਂ ਅਜਿਹਾ ਤਾਂ ਨਹੀਂ ਹੈ ਕਿ ਤੁਸੀਂ ਕੁਝ ਵੀ ਨਹੀਂ ਕੀਤਾ ਹੋਏਗਾ, ਪਰ ਦੱਸ ਤੁਸੀਂ ਕੁਝ ਵੀ ਨਹੀਂ ਸਕੋਗੇ ਕਿ 1 ਜਨਵਰੀ 1950 ਨੂੰ ਕੀ ਕੀਤਾ। ਇੱਕਦਮ ਖਾਲੀ ਹੋ ਗਿਆ 1 ਜਨਵਰੀ 1950 ਦਾ ਦਿਨ, ਪਰ ਖਾਲੀ ਨਾ ਰਿਹਾ ਹੋਏਗਾ ਜਿਸ ਦਿਨ ਬੀਤਿਆ ਹੋਏਗਾ। ਉਸ ਦਿਨ ਭਰਿਆ ਹੋਇਆ ਸੀ, ਪਰ ਅੱਜ ਖਾਲੀ ਹੋ ਗਿਆ। ਅੱਜ ਦਾ ਦਿਨ ਵੀ ਕੱਲ ਇਸੇ ਤਰ੍ਹਾਂ ਖਾਲੀ ਹੋ ਜਾਏਗਾ। 10 ਸਾਲ ਬਾਅਦ ਅੱਜ ਦੇ ਦਿਨ ਦਾ ਵੀ ਕੋਈ ਪਤਾ ਨਹੀਂ ਲੱਗੇਗਾ। ਪਰ ਇਹਦਾ ਇਹ ਮਤਲਬ ਨਹੀਂ ਕਿ 1 ਜਨਵਰੀ 1950 ਨਹੀਂ ਸੀ। ਨਾ ਇਹਦਾ ਮਤਲਬ ਹੈ ਕਿ 1 ਜਨਵਰੀ 1950 ਨੂੰ ਤੁਸੀਂ ਨਹੀਂ ਸੀ। ਨਾ ਇਹਦਾ ਇਹ ਮਤਲਬ ਹੈ ਕਿ ਤੁਸੀਂ ਚੇਤਾ ਨਹੀਂ ਕਰ ਪਾਉਂਦੇ ਹੋ। ਇਸ ਲਈ ਉਸ ਦਿਨ ਨੂੰ ਅਸੀਂ ਕਿਵੇਂ ਮੰਨੀਏ? ਉਹ ਸੀ ਤੇ ਉਹਨੂੰ ਜਾਣਨ ਦਾ ਵੀ ਉਪਾਅ ਹੈ। ਧਿਆਨ ਨੂੰ ਉਹਦੇ ਵੱਲ ਵੀ ਲਿਜਾਇਆ ਜਾ ਸਕਦਾ ਹੈ, ਤੇ ਜਿਵੇਂ ਹੀ ਧਿਆਨ ਦਾ ਪ੍ਰਕਾਸ਼ ਉਸ ਉੱਪਰ ਪਏਗਾ ਤੁਸੀਂ ਹੈਰਾਨ ਹੋ ਜਾਓਗੇ। ਉਹ ਉਨਾ ਹੀ ਜਾਨਦਾਰ ਵਾਪਸ ਦਿਖਾਈ ਦੇਣ ਲੱਗੇਗਾ ਜਿੰਨਾ ਜਾਨਦਾਰ ਉਸ ਦਿਨ ਵੀ ਨਾ ਰਿਹਾ ਹੋਏਗਾ। ਜਿਵੇਂ ਕਿ ਕੋਈ ਟਾਰਚ ਲੈ ਕੇ ਇੱਕ ਹਨੇਰੇ ਕਮਰੇ 'ਚ ਆਵੇ, ਘੁਮਾਵੇ ਤਾਂ ਉਹ ਖੱਬੇ ਪਾਸੇ ਦੇਖੇ, ਸੱਜੇ ਪਾਸੇ ਹਨੇਰਾ ਹੋ ਜਾਂਦਾ, ਪਰ ਸੱਜੇ ਪਾਸੇ ਮਿਟ ਨਹੀਂ ਜਾਂਦਾ। ਉਹ ਟਾਰਚ ਨੂੰ ਘੁਮਾਵੇ ਤੇ ਸੱਜੇ ਪਾਸੇ ਲੈ ਆਵੇ ਤੇ ਸੱਜੇ ਪਾਸੇ ਫਿਰ ਜਿਉਂਦਾ ਹੋ ਜਾਂਦਾ ਹੈ। ਧਿਆਨ ਦਾ ਇੱਕ ਫੋਕਸ ਹੈ। ਜੇਕਰ
ਵਿਸ਼ੇਸ਼ ਦਿਸ਼ਾ 'ਚ ਪ੍ਰਵਾਹਿਤ ਕਰਨਾ ਹੋਵੇ ਤਾਂ ਟਾਰਚ ਦੀ ਤਰ੍ਹਾਂ ਪ੍ਰਯੋਗ ਕਰਨਾ ਪੈਂਦਾ ਹੈ ਧਿਆਨ ਦਾ, ਤੇ ਜੇ ਪਰਮਾਤਮਾ ਵੱਲ ਲੈ ਜਾਣਾ ਹੋਵੇ ਤਾਂ ਦੀਵੇ ਵਾਂਗ ਪ੍ਰਯੋਗ ਕਰਨਾ ਪੈਂਦਾ ਹੈ ਧਿਆਨ ਦਾ। ਇਸ ਨੂੰ ਠੀਕ ਤਰ੍ਹਾਂ ਸਮਝ ਲਓ। ਦੀਵੇ ਦਾ ਕੋਈ ਫੋਕਸ ਨਹੀਂ ਹੁੰਦਾ। ਦੀਵਾ ਅਨਫੋਕਸਡ ਹੈ। ਦੀਵਾ ਸਿਰਫ ਜਗਦਾ ਹੈ, ਚਾਰੇ ਪਾਸੇ ਰੋਸ਼ਨੀ ਉਹਦੀ ਫੈਲ ਜਾਂਦੀ ਹੈ। ਰੋਸ਼ਨੀ ਕਿਸੇ ਇੱਕ ਦਿਸ਼ਾ 'ਚ ਨਹੀਂ ਵਗਦੀ, ਬਸ ਵਗਦੀ ਹੈ ਚਾਰੇ ਪਾਸੇ ਇੱਕੋ ਜਿਹੀ। ਦੀਵੇ ਦਾ ਕੋਈ ਮੋਹ ਨਹੀਂ ਹੈ, ਕਿੱਥੇ ਇੱਥੇ ਵਗੇ ਉੱਥੇ ਵਗੇ, ਇੱਥੇ ਜਾਵੇ ਉੱਥੇ ਜਾਵੇ। ਇਸ ਲਈ ਜੋ ਵੀ ਹੈ ਉਹ ਦੀਵੇ ਦੀ ਰੋਸ਼ਨੀ 'ਚ ਪ੍ਰਗਟ ਹੋ ਜਾਂਦਾ ਹੈ। ਪਰ ਟਾਰਚ ਦੀਵੇ ਦਾ ਫੋਕਸ ਦੇ ਰੂਪ 'ਚ ਇਸਤੇਮਾਲ ਹੈ। ਉਸ 'ਚ ਅਸੀਂ ਸਾਰੀ ਰੋਸ਼ਨੀ ਨੂੰ ਬੰਨ੍ਹ ਕੇ ਇੱਕ ਪਾਸੇ ਵਗਾਉਂਦੇ ਹਾਂ। ਇਸ ਲਈ ਇਹ ਹੋ ਸਕਦਾ ਹੈ ਕਿ ਦੀਵੇ ਦੇ ਕਮਰੇ 'ਚ ਜਗਣ ਨਾਲ ਚੀਜ਼ਾਂ ਸਾਫ਼ ਦਿਖਾਈ ਪਰ ਸਿਰਫ ਦਿਖਾਈ ਨਾ ਪੈਣ, ਸਾਫ਼ ਦਿਖਾਈ ਪੈਣ ਲਈ ਦੀਵੇ ਦੀ ਰੋਸ਼ਨੀ ਨੂੰ ਅਸੀਂ ਇੱਕ ਹੀ ਥਾਂ ਬੰਨ੍ਹ ਕੇ ਸੁੱਟਦੇ ਹਾਂ। ਪਰ ਉਹ ਟਾਰਚ ਬਣ ਜਾਂਦੀ ਹੈ ਤਦ ਫਿਰ ਇੱਕ ਚੀਜ਼ ਪੂਰੀ ਤਰ੍ਹਾਂ ਸਾਫ਼ ਦਿਖਾਈ ਪੈਂਦੀ ਹੈ। ਪਰ ਇੱਕ ਚੀਜ਼ ਪੂਰੀ ਸਾਫ਼ ਦਿਖਾਈ ਪੈਂਦੀ ਹੈ ਤਾਂ ਬਾਕੀ ਸਭ ਚੀਜ਼ਾਂ ਦਿਖਾਈ ਪੈਣੀਆਂ ਬੰਦ ਹੋ ਜਾਂਦੀਆਂ। ਅਸਲ ਵਿੱਚ ਇੱਕ ਚੀਜ਼ ਨੂੰ ਜੇਕਰ ਸਾਫ਼ ਦੇਖਣਾ ਹੋਵੇ ਤਾਂ ਸਾਰੇ ਧਿਆਨ ਨੂੰ ਇੱਕ ਹੀ ਦਿਸ਼ਾ 'ਚ ਵਗਾਉਣਾ ਪਏਗਾ। ਸੋ ਜਿਹਨੇ ਸਿੱਧਿਆਂ ਜ਼ਿੰਦਗੀ ਦੇ ਸੱਚ ਨੂੰ ਜਾਣਨਾ ਹੈ ਉਹ ਤਾਂ ਦੀਵੇ ਵਾਂਗ ਧਿਆਨ ਨੂੰ ਵਿਕਸਿਤ ਕਰੇਗਾ। ਹੋਰ ਕੋਈ ਮਤਲਬ ਨਹੀਂ ਹੈ ਉਹਨੂੰ। ਸੱਚ ਤਾਂ ਇਹ ਹੈ ਕਿ ਦੀਵੇ ਦਾ ਮਕਸਦ ਇੰਨਾ ਹੀ ਹੈ ਕਿ ਦੀਵਾ ਆਪਣੇ ਆਪ ਨੂੰ ਹੀ ਦੇਖ ਲਵੇ। ਬਸ ਇੰਨਾ ਹੀ ਪ੍ਰਕਾਸ਼ਿਤ ਹੋ ਜਾਏ ਤਾਂ ਕਾਫੀ ਹੈ, ਗੱਲ ਖਤਮ ਹੋ ਗਈ। ਪਰ ਜੇਕਰ ਕੋਈ ਵਿਸ਼ੇਸ਼ ਪ੍ਰਯੋਗ ਕਰਨੇ ਹੋਣ, ਜਿਵੇਂ ਪਿਛਲੇ ਜਨਮਾਂ ਦੇ ਚੇਤੇ ਦਾ, ਤੇ ਫਿਰ ਧਿਆਨ ਨੂੰ ਇੱਕ ਦਿਸ਼ਾ ਵਿੱਚ ਪ੍ਰਵਾਹਿਤ ਕਰਨਾ ਹੋਵੇਗਾ। ਤੇ ਉਸ ਦਿਸ਼ਾ 'ਚ ਪ੍ਰਵਾਹਿਤ ਕਰਨ ਦੇ 2-3 ਸੂਤਰ ਤੁਹਾਨੂੰ ਕਹਿੰਦਾ ਹਾਂ। ਪੂਰੇ ਸੂਤਰ ਨਹੀਂ ਕਹਿੰਦਾ, ਕਿਉਂਕਿ ਸ਼ਾਇਦ ਹੀ ਕਿਸੇ ਨੂੰ ਪ੍ਰਵਾਹਿਤ ਕਰਨ ਦਾ ਖਿਆਲ ਹੋਵੇ। ਜਿਨ੍ਹਾਂ ਨੂੰ ਖਿਆਲ ਹੋਵੇ ਉਹ ਮੈਨੂੰ ਵੱਖਰੇ ਤੌਰ ਤੇ ਮਿਲ ਸਕਦੇ ਆ, ਪਰ 2-3 ਸੂਤਰ ਕਹਿਣਾ ਤਾਂ ਜੋ ਗੱਲ ਸਮਝ ਆ ਜਾਏ। ਉਹਨੇ ਨਾਲ ਤੁਸੀਂ ਪ੍ਰਯੋਗ ਨਹੀਂ ਕਰ ਸਕੋਗੇ, ਪਰ ਗੱਲ ਨੂੰ ਸਮਝ ਸਕੋਗੇ। ਸਭ ਤੋਂ ਪਹਿਲਾਂ ਪ੍ਰਯੋਗ ਕਰਨਾ ਸ਼ਾਇਦ ਮੁਨਾਸਿਬ ਵੀ ਨਹੀਂ ਹੈ, ਇਸ ਲਈ ਪੂਰੀ ਗੱਲ ਨਹੀਂ ਕਹਾਂਗਾ, ਕਿਉਂਕਿ ਕਈ ਵਾਰ ਪ੍ਰਯੋਗ ਤੁਹਾਨੂੰ ਖਤਰੇ 'ਚ ਪਾ ਸਕਦਾ ਹੈ। ਇੱਕ ਘਟਨਾ ਮੈਂ ਤੁਹਾਨੂੰ ਕਹਾਂ, ਉਸ ਨਾਲ ਖਿਆਲ ਆ ਜਾਏਗਾ। ਇੱਕ ਪ੍ਰੋਫੈਸਰ ਔਰਤ ਕੋਈ 2-3 ਸਾਲ ਤੱਕ ਧਿਆਨ ਦੇ ਸਿਲਸਿਲੇ 'ਚ ਮੇਰੇ ਨੇੜੇ ਰਹੀ। ਉਹਦੀ ਬਹੁਤ ਜ਼ਿੱਦ ਸੀ ਕਿ ਜਾਤ ਚੇਤੇ ਦਾ ਪ੍ਰਯੋਗ ਕਰਨਾ ਹੈ। ਪਿਛਲਾ ਜਨਮ ਜਾਣਨਾ ਹੈ ਤਾਂ ਮੈਂ ਉਹਨੂੰ ਜਾਤ ਚੇਤੇ ਦੇ ਪ੍ਰਯੋਗ ਕਰਵਾਏ। ਮੈਂ ਉਹਨੂੰ ਬਹੁਤ ਕਿਹਾ ਵੀ ਕਿ ਇਹ ਪ੍ਰਯੋਗ ਅਜੇ ਨਾ ਕਰੋ ਤਾਂ ਚੰਗਾ ਹੈ, ਕਿਉਂਕਿ ਧਿਆਨ ਪੂਰਾ ਵਿਕਸਿਤ ਹੋ ਜਾਏ। ਤਦ ਤਾਂ ਜਾਤ ਚੇਤੇ ਦੇ ਪ੍ਰਯੋਗ ਤੋਂ ਕੋਈ ਖਤਰਾ ਨਹੀਂ ਹੁੰਦਾ, ਪਰ ਪੂਰਾ ਵਿਕਸਿਤ ਨਾ ਹੋਵੇ ਤਾਂ ਖਤਰੇ ਹੋ ਸਕਦੇ ਆ, ਕਿਉਂਕਿ ਇੱਕ ਹੀ ਜ਼ਿੰਦਗੀ ਦੀਆਂ ਯਾਦਾਂ ਨੂੰ ਝੱਲਣਾ ਹੀ ਬਹੁਤ ਬੋਝਲ ਹੈ। 2-4 ਜ਼ਿੰਦਗੀ ਦੀਆਂ ਯਾਦਾਂ ਇੱਕਦਮ ਦੁਆਰ ਤੋੜ ਕੇ ਅੰਦਰ ਆ ਜਾਣ ਤਾਂ ਬੰਦਾ ਪਾਗਲ ਹੋ ਸਕਦਾ ਹੈ। ਇਸੇ ਲਈ ਕੁਦਰਤ ਨੇ ਇੰਤਜ਼ਾਮ ਕੀਤਾ ਹੈ ਕਿ ਤੁਸੀਂ ਭੁੱਲਦੇ ਚਲੇ ਜਾਓ। ਜਾਣਨ ਤੋਂ ਵੱਧ ਭੁੱਲਣ ਦਾ ਇੰਤਜ਼ਾਮ ਕੀਤਾ ਹੈ। ਜਿੰਨਾ ਤੁਸੀਂ ਯਾਦ ਕਰਦੇ ਹੋ ਉਸ ਤੋਂ ਵੱਧ ਭੁਲਵਾ ਦਿੱਤਾ ਜਾਂਦਾ ਹੈ, ਤਾਂ ਜੋ ਤੁਹਾਡੇ ਚਿੱਤ ਦੇ ਉੱਪਰ ਬਹੁਤਾ ਬੋਝ ਕਦੇ ਵੀ ਨਾ ਹੋ ਜਾਏ। ਚਿੱਤ ਦੀ ਸਮਰੱਥਾ ਵੱਧ ਜਾਏ ਤਾਂ ਜ਼ਿਆਦਾ ਬੋਝ ਝੱਲਿਆ ਜਾ ਸਕਦਾ ਹੈ, ਪਰ ਸਮਰੱਥਾ ਨਾ ਵਧੇ, ਬੋਝ ਆ ਜਾਏ ਤਾਂ ਕਠਿਨਾਈ ਸ਼ੁਰੂ ਹੋ ਜਾਂਦੀ ਹੈ। ਪਰ ਉਹਦੀ ਤਾਂ ਜਿੱਦ ਹੈ, ਉਹ ਨਹੀਂ ਮੰਨੀ ਤੇ ਉਹਨੇ ਪ੍ਰਯੋਗ ਕੀਤੇ। ਜਿਸ ਦਿਨ ਉਹਨੂੰ ਪਹਿਲੇ ਦਿਨ ਪਿਛਲੇ ਜਨਮ ਦੀ ਯਾਦ ਦੀ ਧਾਰ ਟੁੱਟੀ, ਉਸ ਦਿਨ ਰਾਤ ਦੇ ਕੋਈ 2 ਵਜੇ ਉਹ ਦੌੜੀ ਹੋਈ ਮੇਰੇ ਕੋਲ ਆਈ। ਇੱਕਦਮ ਹਾਲਤ ਉਹਦੀ ਖਰਾਬ ਸੀ, ਬਹੁਤ ਹੀ ਮੁਸ਼ਕਿਲ ਤੇ ਕਠਿਨਾਈ 'ਚ ਪੈ ਗਈ ਸੀ ਉਹ। ਉਹਨਾਂ ਨੇ ਕਿਹਾ ਕਿ ਹੁਣ ਕਿਸੇ ਤਰ੍ਹਾਂ ਇਹਨੂੰ ਬਿਲਕੁਲ ਬੰਦ ਹੋ ਜਾਣਾ ਚਾਹੀਦਾ ਹੈ। ਮੈਂ ਉਸ ਪਾਸੇ ਕੁਝ ਦੇਖਣਾ ਹੀ ਨਹੀਂ ਚਾਹੁੰਦੀ, ਪਰ ਇੰਨਾ ਸੌਖਾ ਨਹੀਂ ਹੈ। ਨਹਿਰ ਨੂੰ ਸੱਦ ਲੈਣਾ ਤੇ ਫਿਰ ਇੱਕਦਮ ਬੰਦ ਕਰ ਦੇਣਾ, ਇੰਨਾ ਸੌਖਾ ਨਹੀਂ ਹੈ। ਦੁਆਰ ਟੁੱਟ ਜਾਵੇ ਤਾਂ ਉਹਨੂੰ ਇੱਕਦਮ ਬੰਦ ਕਰ ਦੇਣਾ ਬਹੁਤ ਮੁਸ਼ਕਿਲ ਹੈ, ਕਿਉਂਕਿ ਦੁਆਰ ਖੁੱਲਦਾ ਨਹੀਂ, ਟੁੱਟਦਾ ਹੈ। ਸਮਾਂ ਲੱਗਿਆ ਕੋਈ 15 ਦਿਨ, ਤਦ ਉਹ ਯਾਦਾਂ ਦੀ ਧਾਰ ਬੰਦ ਹੋ ਸਕੀ। ਕਠਿਨਾਈ ਕੀ ਆ ਗਈ? ਉਸ ਦੇਵੀ ਜੀ ਨੂੰ ਅਤਿਅੰਤ ਪਵਿੱਤਰ ਚਰਿੱਤਰਵਾਨ ਹੋਣ ਦਾ ਖਿਆਲ ਸੀ ਤੇ ਪਿਛਲੇ ਜਨਮ ਦੀ ਯਾਦ ਆਈ ਕਿ ਉਹ ਵੇਸਵਾ ਸੀ। ਜਦ ਵੇਸਵਾ ਹੋਣ ਦੇ ਸਾਰੇ ਚਿੱਤਰ ਉੱਭਰਨੇ ਸ਼ੁਰੂ ਹੋਏ ਤਾਂ ਉਹਦੇ ਪ੍ਰਾਣ ਕੰਬ ਗਏ। ਇਸ ਜ਼ਿੰਦਗੀ ਦੀ ਜੋ ਸਾਰੀ ਨੈਤਿਕਤਾ ਸੀ ਉਹ ਸਾਰੀ ਡਾਵਾਂਡੋਲ ਹੋ ਗਈ ਤੇ ਉਹ ਯਾਦ ਇਸ ਤਰ੍ਹਾਂ ਨਹੀਂ ਆਉਂਦੀ ਕਿ ਕੋਈ ਹੋਰ ਵੇਸਵਾ ਸੀ। ਅਜਿਹੀ ਨਹੀਂ ਹੈ ਉਹ ਯਾਦ, ਇਹੀ ਜੋ ਹੁਣ ਚਰਿੱਤਰਵਾਨ ਹੈ ਉਹੀ ਵੇਸਵਾ ਸੀ। ਤੇ ਅਕਸਰ ਅਜਿਹਾ ਹੁੰਦਾ ਕਿ ਪਿਛਲੇ ਜਨਮ 'ਚ ਜੋ ਵੇਸਵਾ ਹੋਵੇ ਉਹ ਇਸ ਜਨਮ 'ਚ ਬਹੁਤ ਸਤੀ ਹੋ ਜਾਏ। ਉਹ ਪਿਛਲੇ ਜਨਮ ਦੀ ਪ੍ਰਤੀਕਿਰਿਆ ਹੈ, ਪਿਛਲੇ ਜਨਮ ਦਾ ਦੁੱਖ ਭਾਵ ਹੈ, ਉਹ ਪਿਛਲੇ ਜਨਮ ਦੀ ਪੀੜ ਦਾ ਹੀ ਯਾਦ ਹੈ
ਜੋ ਉਹਨੂੰ ਸਤੀ ਬਣਾ ਦਿੰਦੀ ਹੈ। ਇਸ ਲਈ ਅਕਸਰ ਅਜਿਹਾ ਹੋ ਜਾਂਦਾ ਹੈ ਕਿ ਪਿਛਲੇ ਜਨਮ ਦੇ ਗੁੰਡੇ ਇਸ ਜਨਮ 'ਚ ਮਹਾਤਮਾ ਹੋ ਜਾਂਦੇ ਹੈ, ਇਸ ਜਨਮ ਦੇ ਮਹਾਤਮਾ ਅਗਲੇ ਜਨਮ 'ਚ ਗੁੰਡੇ ਹੋ ਜਾਂਦੇ ਹੈ। ਇਸ ਲਈ ਮਹਾਤਮਾਵਾਂ ਤੇ ਗੁੰਡਿਆਂ ਵਿਚਾਲੇ ਬੜਾ ਗੂੜਾ ਸੰਬੰਧ ਹੈ। ਅਕਸਰ ਇਹ ਪ੍ਰਤੀਕਿਰਿਆ ਹੋ ਜਾਂਦੀ ਹੈ। ਇਹਦਾ ਕਾਰਨ ਇਹ ਹੈ ਕਿ ਜੋ ਅਸੀਂ ਜਾਣ ਲੈਂਦੇ ਹਾਂ ਉਸ ਤੋਂ ਅਸੀਂ ਪੀੜਤ ਹੋ ਜਾਂਦੇ ਹਾਂ, ਉਹਦੇ ਅਸੀਂ ਉਲਟ ਚਲੇ ਜਾਂਦੇ ਹਾਂ। ਚਿੱਤ ਦਾ ਜੋ ਪੈਂਡੂਲਮ ਹੈ ਉਹ ਬਿਲਕੁਲ ਉਲਟਾ ਘੁੰਮਦਾ ਰਹਿੰਦਾ ਹੈ। ਖੱਬੇ ਨੂੰ ਛੋਹ ਲੈਂਦਾ ਹੈ, ਫਿਰ ਸੱਜੇ ਵੱਲ ਨੂੰ ਜਾਣਾ ਸ਼ੁਰੂ ਹੋ ਜਾਂਦਾ ਹੈ। ਸੱਜੇ ਨੂੰ ਛੋਹ ਵੀ ਨਹੀਂ ਪਾਉਂਦਾ, ਫਿਰ ਖੱਬੇ ਵੱਲ ਨੂੰ ਜਾਣਾ ਸ਼ੁਰੂ ਹੋ ਜਾਂਦਾ ਹੈ। ਤੇ ਜਦ ਘੜੀ ਦੇ ਪੈਂਡੂਲਮ ਨੂੰ ਤੁਸੀਂ ਖੱਬੇ ਵੱਲ ਨੂੰ ਜਾਂਦੇ ਵੇਖੋ, ਸਮਝ ਲੈਣਾ ਕਿ ਉਹ ਸੱਜੇ ਵੱਲ ਨੂੰ ਜਾਣ ਦੀ ਤਿਆਰੀ ਕਰ ਰਿਹਾ ਹੈ। ਖੱਬੇ ਪਾਸੇ ਜਦੋਂ ਜਾ ਰਿਹਾ ਹੈ ਤਦ ਉਹ ਸੱਜੇ ਪਾਸੇ ਜਾਣ ਦੀ ਸ਼ਕਤੀ ਜਮ੍ਹਾਂ ਕਰ ਰਿਹਾ ਹੈ, ਤੇ ਜਿੰਨੀ ਦੂਰ ਤੱਕ ਖੱਬੇ ਜਾਏਗਾ ਉਨੀ ਦੂਰ ਤੱਕ ਸੱਜੇ ਜਾਏਗਾ। ਲਗਾਤਾਰ ਇਹ ਹੁੰਦਾ ਰਹਿੰਦਾ ਹੈ। ਹਰ ਇੱਕ ਜੀਵਨ 'ਚ ਡਾਵਾਂ ਡੋਲਪੁਣਾ ਹੁੰਦਾ ਰਹਿੰਦਾ ਹੈ। ਇਸ ਲਈ ਆਮ ਤੌਰ ਤੇ ਅਜਿਹਾ ਨਾ ਸੋਚਣਾ ਕਿ ਜੋ ਆਦਮੀ ਇਸ ਜਨਮ 'ਚ ਮਹਾਤਮਾ ਬਣ ਗਿਆ ਉਹ ਪਿਛਲੇ ਜਨਮ ਵਿੱਚ ਵੀ ਮਹਾਤਮਾ ਰਿਹਾ ਹੋਏਗਾ। ਅਜਿਹਾ ਜ਼ਰੂਰੀ ਨਹੀਂ ਹੈ। ਜ਼ਰੂਰੀ ਇਸ ਤੋਂ ਉਲਟਾ ਕਿਤੇ ਵੱਧ ਹੈ। ਪਿਛਲੇ ਜਨਮ 'ਚ ਜੋ ਉਹਨੇ ਜਾਣਿਆ ਹੈ ਉਹਦੀ ਪੀੜ ਨੇ ਉਹਨੂੰ ਭਰ ਦਿੱਤਾ। ਮੈਂ ਸੁਣਿਆ ਕਿ ਇੱਕ ਗੁਆਂਢ 'ਚ ਇੱਕ ਸਾਧੂ ਹੈ, ਸਾਹਮਣੇ ਇੱਕ ਵੇਸਵਾ ਹੈ। ਉਹ ਦੋਵੇਂ ਮਰੇ ਹਨ ਇੱਕ ਹੀ ਦਿਨ। ਵੇਸਵਾ ਸਵਰਗ ਵੱਲ ਜਾ ਰਹੀ ਹੈ ਤੇ ਸਾਧੂ ਨਰਕ ਵੱਲ ਜਾ ਰਿਹਾ ਹੈ। ਤੇ ਉਹ ਜੋ ਉਹਨੂੰ ਲੈਣ ਆਏ ਹਨ ਯਮਦੂਤ, ਉਹ ਬੜੇ ਹੈਰਾਨ ਹਨ। ਯਮਦੂਤ ਆਪਸ 'ਚ ਪੁੱਛਦੇ ਹਨ, ਇਹ ਕੀ ਗੜਬੜ ਹੋ ਗਈ? ਕੁਝ ਭੁੱਲ ਤਾਂ ਨਹੀਂ ਹੋ ਗਈ? ਕਿਉਂਕਿ ਇਸ ਸਾਧੂ ਨੂੰ ਅਸੀਂ ਨਰਕ ਕਿਉਂ ਲਿਜਾ ਰਹੇ ਹਾਂ? ਇਹ ਸਾਧੂ ਸੀ ਤਾਂ ਉਹਨਾਂ 'ਚ ਜੋ ਜਾਣਦਾ ਉਹ ਕਹਿੰਦਾ ਹੈ ਉਹ ਸਾਧੂ ਜ਼ਰੂਰ ਸੀ, ਪਰ ਵੇਸਵਾ ਦੇ ਪ੍ਰਤੀ ਲਗਾਤਾਰ ਈਰਖਾ ਨਾਲ ਭਰਿਆ ਸੀ। ਲਗਾਤਾਰ ਇਹ ਸੋਚਦਾ ਸੀ ਕਿ ਪਤਾ ਨਹੀਂ ਕਿਹੜਾ ਰਾਗ ਰੰਗ ਉੱਥੇ ਚੱਲ ਰਿਹਾ, ਕਿਹੜਾ ਸੁੱਖ ਉੱਥੇ ਮਿਲ ਰਿਹਾ। ਵੇਸਵਾ ਦੇ ਘਰ ਤੋਂ ਆਉਂਦੇ ਹੋਏ ਵੀਣਾ ਦੇ ਸੁਰ ਉਹਦੇ ਪ੍ਰਾਣਾਂ ਨੂੰ ਬਹੁਤ ਕੰਬਾ ਦਿੰਦੇ ਸੀ। ਵੇਸਵਾ ਦੇ ਘਰ 'ਚ ਵੱਜਦੇ ਘੁੰਗਰੂ ਦੀ ਆਵਾਜ਼ ਉਹਨੂੰ ਇੰਨਾ ਅੰਦੋਲਿਤ ਕਰ ਦਿੰਦੀ ਸੀ ਜਿੰਨਾ ਵੇਸਵਾ ਦੇ ਸਾਹਮਣੇ ਬੈਠੇ ਹੋਏ ਲੋਕ ਅੰਦੋਲਿਤ ਨਹੀਂ ਹੁੰਦੇ ਸੀ। ਤੇ ਉਹਦਾ ਚਿੱਤ ਉੱਥੇ ਹੀ ਲੱਗਿਆ ਰਹਿੰਦਾ ਸੀ। ਉਹ ਭਗਵਾਨ ਦੀ ਪੂਜਾ ਵੀ ਕਰਦਾ ਸੀ, ਤਦ ਵੀ ਉਹਦੇ ਹੱਥ ਵੇਸਵਾ ਦੇ ਵੱਲ ਜੁੜੇ ਰਹਿੰਦੇ ਸੀ। ਤੇ ਉਹ ਵੇਸਵਾ ਲਗਾਤਾਰ ਸੋਚਦੀ ਸੀ ਕਿ ਸਾਧੂ ਪਤਾ ਨਹੀਂ ਕਿਸ ਅੰਦਰੂਨੀ ਆਨੰਦ 'ਚ ਜੀ ਰਿਹਾ, ਮੈਂ ਕਿਹੋ ਜਿਹੀ ਖੱਡ 'ਚ ਪੈ ਗਈ ਹਾਂ, ਮੈਂ ਪਤਾ ਨਹੀਂ ਕਿਹੋ ਜਿਹੇ ਦੁੱਖ 'ਚ ਪੈ ਗਈ ਹਾਂ। ਤੇ ਜਦੋਂ ਸਾਧੂ ਨੂੰ ਸਵੇਰੇ ਪੂਜਾ ਦੇ ਫੁੱਲ ਜਾਂਦਿਆਂ ਵੇਖਦੀ, ਸੋਚਦੀ ਕਿ ਕਦ ਅਜਿਹਾ ਸੰਭਵ ਹੋਏਗਾ ਕਿ ਮੈਂ ਵੀ ਪ੍ਰਭੂ ਦੇ ਮੰਦਰ 'ਚ ਪੂਜਾ ਦੇ ਫੁੱਲ ਲੈ ਜਾਣ ਦੇ ਯੋਗ ਹੋ ਜਾਵਾਂਗੀ। ਪਰ ਮੈਂ ਤਾਂ ਇੰਨੀ ਅਪਵਿੱਤਰ ਹਾਂ ਕਿ ਮੰਦਰ 'ਚ ਜਾਣ ਦੀ ਹਿੰਮਤ ਵੀ ਨਹੀਂ ਕਰ ਸਕਦੀ ਹਾਂ। ਜਦ ਸਾਧੂ ਦੇ ਘਰ 'ਚ ਪੂਜਾ ਦਾ ਧੂੰਆਂ ਉੱਠਦਾ ਸੀ, ਪੂਜਾ ਦੇ ਦੀਪ ਜਗਦੇ ਸੀ, ਪੂਜਾ ਦੀਆਂ ਘੰਟੀਆਂ ਵੱਜਦੀਆਂ ਸੀ, ਤਾਂ ਵੇਸਵਾ ਕਿਸੇ ਧਿਆਨ 'ਚ ਗੁਆਚ ਜਾਂਦੀ ਸੀ, ਜਿਵੇਂ ਸਾਧੂ ਕਦੇ ਨਹੀਂ ਗੁਆਚ ਪਾਉਂਦਾ ਸੀ। ਤੇ ਅਜਿਹਾ ਉਲਟਾ ਹੁੰਦਾ ਰਿਹਾ। ਵੇਸਵਾ ਨੇ ਲਗਾਤਾਰ ਕਰਮ ਕਰ ਲਿਆ ਸੀ ਸਾਧੂ ਹੋਣ ਦਾ, ਤੇ ਸਾਧੂ ਨੇ ਕਰਮ ਕਰ ਲਿਆ ਸੀ ਵੇਸਵਾ ਹੋਣ ਦਾ। ਉਹਨਾਂ ਦੀਆਂ ਯਾਤਰਾਵਾਂ ਜੋ ਬਿਲਕੁਲ ਉਲਟ ਸਨ, ਬਿਲਕੁਲ ਉਲਟ ਹੋ ਗਈਆਂ। ਜੋ ਬਿਲਕੁਲ ਉਲਟੀਆਂ ਜਾਪਦੀਆਂ ਸਨ ਉਹ ਬਿਲਕੁਲ ਬਦਲ ਗਈਆਂ। ਅਕਸਰ ਅਜਿਹਾ ਹੁੰਦਾ ਹੈ, ਇਹਦੇ ਹੋਣ ਦੇ ਨਿਯਮ ਹਨ। ਤਾਂ ਉਸ ਦੇਵੀ ਨੂੰ ਜਦ ਪਿਛਲੇ ਜਨਮ ਦਾ ਚੇਤਾ ਆਇਆ ਤਾਂ ਉਹਨੂੰ ਬਹੁਤ ਪੀੜ ਹੋਈ। ਪੀੜ ਇਹ ਹੋਈ ਕਿ ਉਹਦਾ ਸਾਰਾ ਹੰਕਾਰ ਗਲ ਗਿਆ ਤੇ ਟੁੱਟ ਗਿਆ। ਜੋ ਉਹਨੇ ਜਾਣਿਆ ਉਹ ਕੰਬਾ ਦੇਣ ਵਾਲਾ ਸਾਬਤ ਹੋਇਆ। ਹੁਣ ਉਹਨੂੰ ਭੁਲਾਉਣਾ ਚਾਹੁੰਦੀ ਹੈ। ਮੈਂ ਉਹਨੂੰ ਕਿਹਾ ਸੀ ਇਹਨੂੰ ਯਾਦ ਕਰਨ ਦੀ ਤਿਆਰੀ ਰੱਖਣੀ ਚਾਹੀਦੀ ਹੈ। ਜੇਕਰ ਤਿਆਰੀ ਨਾ ਹੋਈ ਤਾਂ ਯਾਦ ਨਹੀਂ ਕਰਨਾ ਚਾਹੀਦਾ। ਇਸ ਲਈ ਮੈਂ ਤੁਹਾਨੂੰ 2-3 ਸੂਤਰ ਕਹਿਣਾ, ਜਿਨ੍ਹਾਂ ਨਾਲ ਤੁਸੀਂ ਜਾਤ ਚੇਤੇ ਦਾ ਅਰਥ ਪੁੱਛਿਆ ਉਹ ਸਮਝ ਸਕੋ, ਪਰ ਉਸ ਨਾਲ ਪ੍ਰਯੋਗ ਤੁਹਾਤੋਂ ਨਹੀਂ ਹੋ ਸਕੇਗਾ। ਜਿਨ੍ਹਾਂ ਨੇ ਕਰਨਾ ਹੋਵੇ ਉਹਨਾਂ ਨੂੰ ਵੱਖਰੇ ਤੌਰ ਤੇ ਹੀ ਸੋਚਣਾ ਪਵੇਗਾ। ਧੰਨਵਾਦ।